CNN ਟੋਰਾਂਟੋ। जी हाँ, एक बारी फिर तो स्वागत है प्रोग्राम एशियन विजन दे विच। मैं हाँ तुहाडा दोस्त ते होस्ट अर्श चावला। मिस पूजा ते गीता जैलदार दी जोड़ी काफ़ी टाइम बाद सानूं सुनने नूं मिली। सो मलवैना दी ते माझे वाले दी गलबात हो रही सी। सो साडे नाल भी माझे वाला भाऊ हाज़र हो चुके ने। मेरी मुराद सतपाल सिंह जौहर जी साडे नाल हाज़र हो चुके ने। उस तो पहला जो तुसीं कल दा रिस्पॉन्स शो दा दित्ता, बहुत बहुत धन्नवाद। पहले तो आपां जौहर साहब दा स्वागत ही कर लैंदे हैं, फिर आपां अगाह दा प्रोग्राम तोड़दे हैं। जी जौहर साहब, वेरी गुड आफ्टरनून, सत श्री अकाल। सत श्री अकाल जी अर्श, बहुत मेहरबानी। सारे अपने श्रोतिਆਂ ਨੂੰ ਵੀ ਜੀ ਆਇਆਂ ਨੂੰ ਜੀ। बहुत बहुत स्वागत है ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਕੱਲ ਦਾ ਬਹੁਤ ਵੱਡੀ ਤਾਦਾਦ ਦੇ ਵਿੱਚ ਜੌਹਰ ਸਾਹਿਬ ਸਾਨੂੰ ਕਾਲਸ ਆਈਆਂ ਤੁਹਾਡੇ ਜੋ ਇੰਟਰਵਿਊ ਨੂੰ ਲੈ ਕੇ। ਅਰਸ਼, ਇਸ ਤਰ੍ਹਾਂ ਵੀ ਦੇਖੋ, ਜਦੋਂ ਕੋਈ ਵੀ ਆਪਾਂ ਜੀਵਨ ਦੇ ਵਿੱਚ ਕੰਮ ਹੈ ਜਿਹੜਾ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਮਾਨਦਾਰੀ ਦੇ ਨਾਲ ਤੇ ਸਖਤ ਮਿਹਨਤ ਦੇ ਨਾਲ ਕਰਦੇ ਹਾਂ ਨਾ ਜੀ, ਵੀ ਦੇਰ ਨਾ ਤੇ ਸਵੇਰ ਜਾਣੀ ਉਹਦੇ ਜਿਹੜੇ ਪੋਜ਼ੀਟਿਵ ਸਾਰਥਿਕ ਸਿੱਟੇ ਪ੍ਰਾਪਤ ਹੋ ਕੇ ਰਹਿੰਦੇ ਆ। ਆਪਾਂ ਦੇਖ ਰਹੇ ਹਾਂ ਵੀ ਚਲੋ ਅਸੀਂ ਇਸ਼ੂ ਜਾਂ ਮੁੱਦਾ ਤੇ ਕਦੀ ਕੋਈ ਛੱਡਿਆ ਹੀ ਨਹੀਂਗਾ ਜਿਹਨੂੰ ਪ੍ਰੋਗਰਾਮਾਂ ਦੇ ਵਿੱਚ ਟੱਚ ਨਾ ਕਰੀਏ, ਵੀ ਭੈਣ ਭਰਾ ਕੋਈ ਸਟਰਗਲ ਫੇਸ ਕਰ ਰਹੇ ਹੋਣ ਤੇ ਸਾਨੂੰ ਔਨਗੋਇੰਗ ਉਹਦੇ ਬਾਰੇ ਪਤਾ ਲੱਗਦਾ ਹੀ ਰਹਿੰਦਾ ਤੇ ਅਸੀਂ ਜਦੋਂ ਵੀ ਓਪਰਚੁਨਿਟੀ ਬਣਦੇ ਹੀ ਆ ਉਹਦੇ ਬਾਰੇ ਡਿਸਕਸ ਕਰਦੇ ਰਹਿੰਦੇ ਹਾਂ। ਇਲੈਕਸ਼ਨਸ ਤੋਂ ਪਹਿਲਾਂ ਵੀ, ਇਲੈਕਸ਼ਨਸ ਤੋਂ ਬਾਅਦ ਵੀ, ਤੇ ਸਰਕਾਰਾਂ ਬਣਨ ਤੋਂ ਬਾਅਦ ਜਦੋਂ ਉਹ ਕੇਸਲ ਜੀ ਮਾਰ ਜਾਂਦੇ ਨੇ ਜਿਹੜੇ ਲੋਕ ਇਲੈਕਟ ਹੋ ਜਾਂਦੇ ਆ, ਵੀ ਉਸ ਦੇ ਦੌਰਾਨ ਵੀ ਪਈ ਹੁਣ ਉਹ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੇ ਜੀ। ਪਰ ਬਹੁਤ ਸਾਰੇ ਭੈਣ ਭਰਾ ਇਹ ਹੈ ਜੀ ਵੀ ਇੱਕ ਪ੍ਰੋਗਰਾਮ ਦੀ ਬਜਾਏ ਆਪਾਂ ਕਈ ਵਾਰ ਚੀਜ਼ਾਂ ਰਿਪੀਟ ਵੀ ਇਸ ਕਰਕੇ ਕਰਦੇ ਰਹਿੰਦੇ ਹਾਂ ਵੀ ਕਈ ਵਾਰੀ ਅਚਾਨਚੱਕ ਕਈ ਜਾਣੀ ਸੁੱਤੇ ਸਿੱਧ ਜੇ ਪ੍ਰੋਗਰਾਮ ਦੇ ਨਾਲ ਭੈਣ ਭਰਾ ਜੁੜਨ ਨਤਜੱਦੇ ਦੇ ਨਾਲ, ਤੇ ਫਿਰ ਉਹਨਾਂ ਨੂੰ ਫਟਾਫਟ ਇਹ ਲੱਗਦਾ ਵੀ ਜਾਣੀ ਇਹ ਆਹ ਗੱਲ ਨਹੀਂ ਕਰ ਰਹੇ ਤੇ ਆਹ ਕਿਉਂ ਕਰ ਰਹੇ ਆ ਇਸ਼ੂ। ਹੁਣ ਮਿਸ ਤਾਂ ਉਹਨਾਂ ਨੇ ਆਪ ਬਹੁਤ ਕੁਛ ਕੀਤਾ ਹੁੰਦਾ ਹਨਾ। ਹੁਣ ਜਿੱਦਾਂ ਜਾਣੀ ਬਹੁਤ ਸਾਰੇ ਲੋਕ ਇਸ ਗੱਲੋਂ ਜਿਨ੍ਹਾਂ ਨੇ ਕਿ ਆਪਣੀ ਨਾ ਤੇ ਟੈਲੀਵਿਜ਼ਨ ਤੇ ਗੱਲ ਸੁਣੀ, ਨਾ ਉਹਨਾਂ ਨੇ ਰੇਡੀਓ ਤੇ ਸੁਣੀ, ਨਾ ਉਹਨਾਂ ਨੇ ਅਖਬਾਰ ਦੇ ਵਿੱਚ ਹੀ ਪੜ੍ਹੀ, ਨਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਹੌਸਲਾ ਕੀਤਾ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਟੈਲੀਫੋਨ ਫੜਿਆ ਵੀ ਉਹਦੇ ਵਿੱਚ ਇਨਫੋਰਮੇਸ਼ਨ ਭੇਜੀ ਸੀ ਵੀ ਉਹ ਪੜ੍ਹ ਲਈ ਜਾਵੇ। ਤੇ ਫਿਰ ਵੀ ਜਿੱਦਾਂ ਇਹ ਆ ਬੰਦੇ ਫੜ ਹੋਏ ਸੀ ਹੁਣ ਨਸ਼ਿਆਂ ਦੇ ਵਿੱਚ, ਕਈਆਂ ਨੂੰ ਜਾਣੀ ਕਿ ਵੀ ਤੱਥ ਪੜਾਥ ਚ ਪੜ੍ਹਨਾ ਆਪ ਨਹੀਂ, ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਵਰ ਮੀਡੀਆ ਨਹੀਂ ਕਰ ਰਿਹਾ ਵੀ ਇਹ ਵਿਕਿਆ ਹੋਇਆ ਹਨਾ। ਵੀ ਜਦੋਂ ਕਿ ਜਾਣੀ ਕਿ ਸੋਝੀ ਦੇ ਨਾਲ ਪਹਿਲਾਂ ਹੋਮਵਰਕ ਉਹਨਾਂ ਨੇ ਆਪਣਾ ਆਪ ਨਹੀਂ ਕੀਤਾ ਹੁੰਦਾ, ਵੀ ਉਹ ਕਦੇ ਨਹੀਂ ਭੈਣ ਭਰਾ ਕਈ ਹੈਗੇ ਨੇ ਇਹੋ ਜਿਹੇ ਜਿਹੜੇ ਸੋਚਦੇ ਵੀ ਹੋ ਸਕਦਾ ਅਸੀਂ ਮਿਸ ਕਰ ਗਏ ਹੋਈਏ ਵੀ ਮੀਡੀਆ ਠੀਕ ਕੰਮ ਕਰ ਰਿਹਾ ਹੋਵੇ ਜੀ। ਇਸ ਕਰਕੇ ਆ ਜੀ ਵੀ ਆਪਾਂ ਇਹ ਜਿਹੜਾ ਖਾਸ ਤੌਰ ਤੇ LMIA ਤੇ 4 ਸਾਲਾਂ ਤੋਂ ਕਰ ਰਹੇ ਹਾਂ ਹਨਾ, ਕਰਤੇ ਸਾਰੇ ਇਸ਼ੂਜ਼ ਤੇ ਰਹੇ ਆ, ਯੂ ਨੇਮ ਇਟ, ਵੀ ਇੰਸ਼ੋਰੈਂਸ ਤੇ, ਹਸਪਤਾਲ ਤੇ, ਯੂਨੀਵਰਸਿਟੀ ਤੇ, ਏਜੰਸੀਆਂ ਤੇ। ਤੁਸੀਂ ਪਿਛਲੇ 20 ਸਾਲਾਂ ਚ ਕੋਈ ਇਸ਼ੂ ਦੱਸੋ ਜਿਹੜਾ ਅਸੀਂ ਟੱਚ ਨਹੀਂ ਕੀਤਾ ਹਨਾ, ਜਿੱਥੇ ਕੰਮ ਨਹੀਂ ਕੀਤੇ, ਤੇ ਕਾਫੀ ਸਾਰਿਆਂ ਚ ਆਪਾਂ ਕਾਫੀ ਪ੍ਰੋਗਰੈਸ ਕੀਤੀ ਆ। ਜਿੱਦਾਂ ਕਿ ਇਹ LMIA ਆਪਾਂ ਦੇਖਿਆ ਕਿ 2021 ਦੇ ਕੁਛ ਮਹੀਨਿਆਂ ਚ 1.25 ਲੱਖ ਬੰਦਾ ਬਿਨਾਂ LMIA ਤੋਂ ਪੱਕਾ ਹੋ ਗਿਆ। ਸੋ ਇਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਆ ਉਹ ਪ੍ਰਾਪਤ ਹੋਣੇ। ਸੋ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਇਹ ਲੋਕ ਹਿੱਤ ਦੇ ਵਿੱਚ ਮੀਡੀਆ ਇਨਕਲੂਡਿੰਗ ਮੈਂ, ਵੀ ਜਦੋਂ ਆਪਾਂ ਇਹ ਸਾਰੇ ਰਲ ਮਿਲ ਕੇ ਕੰਮ ਕਰਨਾ ਜਾਰੀ ਰੱਖਦੇ ਹਾਂ ਉਹਦੇ ਸਾਰਥਕ ਸਿੱਟੇ ਪ੍ਰਾਪਤ ਹੁੰਦੇ ਆ, ਲੋਕ ਭਲਾਈ ਹੁੰਦੀ ਹੈ, ਲੋਕਾਂ ਨੂੰ ਇਹ ਸਭ ਕੁਝ ਚੰਗਾ ਲੱਗਦਾ। ਇਸੇ ਕਰਕੇ ਫਿਰ ਭੈਣ ਭਰਾ ਸਮਾਂ ਕੱਢ ਕੇ ਸਹਿਯੋਗ ਕਰਦੇ ਆ, ਉਹ ਸਾਨੂੰ ਫੀਡਬੈਕ ਦਿੰਦੇ ਆ, ਹੌਸਲਾ ਵੀ ਚਲੋ ਵਧਾਉਂਦੇ ਨੇ, ਉਹ ਵੀ ਗੱਲ ਠੀਕ ਹੈ, ਬੜੀ ਉਹਨਾਂ ਦੀ ਮਿਹਰਬਾਨੀ ਹੈ। ਪਰ ਕ੍ਰਿਟੀਸਾਈਜ਼ ਵੀ ਚਲੋ ਕਰ ਲਿਆ ਕਰੋ, ਉਹ ਵੀ ਅਸੀਂ ਚਾਹੁੰਦੇ ਹਾਂ, ਕਿਉਂਕਿ ਤੁਸੀਂ ਸਾਨੂੰ ਕ੍ਰਿਟੀਸਾਈਜ਼ ਕਰੋਗੇ, ਸਾਡੇ ਨੁਕਸ ਕੱਢੋਗੇ, ਉਹੀ ਇੱਕ ਅਪਰਚੁਨਿਟੀ ਹੋਏਗੀ ਕਿ ਅਸੀਂ ਆਪਣੇ ਆਪ ਨੂੰ ਹੋਰ ਬੈਟਰ ਕਰ ਸਕਦੇ ਹਾਂ ਹਨਾ। ਉਸ ਗੱਲੋਂ ਜਾਣੀ ਕਿ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਭੈਣ ਭਰਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਕਿਉਂਕਿ ਆਪਣਾ ਮਕਸਦ 4 ਸਾਲ ਸਟਰਗਲ ਕੀਤੀ ਵੀ LMIA ਦਾ ਫਰਾਡ ਰੋਕਣਾ ਹੈ ਹਨਾ, ਇਹਨੂੰ ਘਟਾਉਣਾ, ਇਹਨੂੰ ਬੰਦ ਕਰਨਾ। ਪਹਿਲਾਂ ਆਪਾਂ ਸਰਕਾਰੀ ਲੈਵਲ ਤੇ ਕੰਮ ਕਰਦੇ ਰਹੇ ਵੀ ਇਹ ਉਹ ਸਿਸਟਮ ਹੀ ਆ ਜਿਹੜਾ ਫਰਾਡੀਆਂ ਨੂੰ ਮੌਕਾ ਦਿੰਦਾ, ਤੇ ਉਹ ਜਾਣੀ LMIA ਤਦੇ ਕਰਕੇ ਲੋਕਾਂ ਨੂੰ ਵੇਚ ਕੇ ਉਹਨਾਂ ਦੇ ਨਾਲ ਹੀ ਧੋਖਾ ਕਰ ਸਕਦੇ ਆ, ਕੈਨੇਡਾ ਨਾਲ ਵੀ ਧੋਖਾ ਕਰ ਸਕਦੇ ਆ, ਸਿਸਟਮ ਨਾਲ ਵੀ ਕਰ ਸਕਦੇ ਆ, ਤੇ ਸਾਡੇ ਨਵੇਂ ਆ ਰਹੇ ਜਿਹੜੇ ਭੈਣ ਭਰਾ ਉਹਨਾਂ ਨਾਲ ਵੀ ਕਰ ਸਕਦੇ ਆ। ਤੇ ਦੂਸਰੇ ਪਾਸੇ ਮੈਨੂੰ ਕੋਈ ਨਹੀਂ ਸੀ ਐਸਾ ਮਿਲਿਆ ਜਾਂ ਮਿਲੀ ਜਿਹੜੇ ਫਰਜ਼ ਕਰੋ ਵੀ ਕੈਨੇਡਾ ਦੇ ਬੋਰਨ ਲੋਕ ਹੋਣ ਤੇ ਉਹ LMIA ਜਾਂ ਤਰ੍ਹਾਂ ਦੀਆਂ ਬੇਈਮਾਨੀਆਂ ਕਰ ਰਹੇ ਹੋਣ, ਤੇ ਉਹ ਬੇਈਮਾਨੀਆਂ ਦੀਆਂ ਸਕੀਮਾਂ ਦਾ ਕੂੜ ਕਬਾੜਾ ਉਹੀ ਲੋਕ ਆਪਣੇ ਦਿਮਾਗਾਂ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਇੰਪੋਰਟ ਕਰਕੇ ਉਹਨੂੰ ਜਾਣੀ ਲਾਗੂ ਕਰਕੇ ਇਸ ਮੁਲਕ ਨੂੰ ਭ੍ਰਿਸ਼ਟ ਕਰ ਰਹੇ ਤੇ ਰਹੀਆਂ, ਜਿਹੜੇ ਕਿ ਖੁਦ ਇੱਥੇ ਕਦੀ ਬਿਹਤਰ ਜੀਵਨ ਮਾਨਣ ਦਾ ਸੁਪਨਾ ਲੈ ਕੇ ਆਏ ਸੀ ਜਾਂ ਆਈਆਂ ਸੀ। ਸੋ ਉਹਨਾਂ ਨੇ ਜਾਣੀ ਕਿ ਆਪਣੇ ਆਪ ਐਨ ਕਹਿ ਲਓ ਵੀ ਕੋਟ ਤਾਈਆਂ ਪਾ ਕੇ ਵੱਡੇ ਵੱਡੇ ਆਫਿਸ ਸਥਾਪਿਤ ਕਰਕੇ ਇਸ ਮੁਲਕ 'ਚ ਮਿਲੀਆਂ ਅਪਰਚੁਨਿਟੀਆਂ, ਤੇ ਉਸ ਤੋਂ ਬਾਅਦ ਇਹ ਸਵਰਗ ਸਿਰਜਿਆ ਤੇ ਨਵੇਂ ਆਪਣੇ ਹੀ ਆ ਰਹੇ ਭੈਣ ਭਰਾਵਾਂ ਨੂੰ ਜਾਣੀ ਉਹਨਾਂ ਨੇ ਲੁੱਟਣ ਦਾ ਇਹ ਕੰਮ ਜਿਹੜਾ ਵਿੱਢਿਆ ਸੀ ਉਹਦੇ ਤੇ ਆਪਾਂ ਜਾਣੀ ਪ੍ਰੋਗਰੈਸ ਕੀਤੀ। ਫਿਰ ਆ ਕੋਵਿਡ ਦੇਖ ਲਓ, ਕੋਵਿਡ ਤੇ ਕਿੰਨਾ ਹੁਕਮ ਤਾਂ ਇਹ ਸੀ ਵੀ ਤੁਸੀਂ ਅੰਦਰ ਤਾੜ ਹੋ ਕੇ ਬਹਿ ਜਾਓ, ਬਾਹਰ ਨਹੀਂ ਨਿਕਲਣਾ। ਪਰ ਮੀਡੀਆ ਦੀ ਰਿਸਪੋਂਸੀਬਿਲਿਟੀ ਨਹੀਂ ਖਤਮ ਹੁੰਦੀ, ਮੀਡੀਆ ਐਸੈਂਸ਼ੀਅਲ ਆ। ਤੁਸੀਂ ਦੇਖੋ ਚਾਵਲਾ ਜੀ, ਆਪਣੇ ਅੰਜੂ ਜੀ, ਉੱਥੇ ਅਮਨ ਜੀ, ਸਾਰੀ ਟੀਮ, ਬਾਕੀ ਜਿੰਨਾ ਵੀ ਮੀਡੀਆ ਆਪੋ ਆਪਣੀ ਜਗ੍ਹਾ ਲੱਗਾ ਰਿਹਾ। ਅਸੀਂ ਵੀ ਇਹ ਕੋਸ਼ਿਸ਼ ਕੀਤੀ
ਵੀ ਕੋਵਿਡ ਆ ਗਿਆ, ਡਾਕਟਰਾਂ ਦੀ ਬੱਸ ਹੋਈ ਪਈ ਹੈ, ਨਰਸਿਸ ਫਰੰਟ ਲਾਈਨ ਹਨਾ, ਵੀ ਕਈ ਇਹਦਾ ਕੋਈ ਇਲਾਜ ਹੀ ਹੈ ਨਹੀਂਗਾ, ਨਵੀਂ ਚੀਜ਼ ਆ ਗਈ ਆਫਤ, ਪਰ ਆਪਾਂ ਕੋਈ ਰਿਸਪੋਂਸੀਬਿਲਿਟੀ ਨਾਲ ਇਹਦੇ ਤੇ ਕੰਮ ਕਰੀਏ। ਤਾਂ ਕੰਮ ਕੀਤਾ। ਫਿਰ ਜਿਉਂ ਮਾਰਚ ਦੇ ਵਿੱਚ ਪਿਛਲੇ ਸਾਲ ਲਾਕਡਾਊਨ ਲੱਗਾ, ਡਾਕਟਰਸ ਨਾਲ, ਰਿਸਪੋਂਸੀਬਲ ਲੋਕਾਂ ਨਾਲ, ਖੋਜੀਆਂ ਨਾਲ, ਸਾਇੰਟਿਸਟਸ ਨਾਲ, ਸਾਰੇ ਫਰੰਟ ਲਾਈਨ ਵਰਕਰਾਂ ਦੇ ਨਾਲ, ਜਿਹੜੇ ਪੇਸ਼ੈਂਟ ਹੋ ਗਏ ਸੀ ਇਨਕਲੂਡਿੰਗ ਕਮਲ ਖੈਰਾ, ਸਾਰਿਆਂ ਦੇ ਨਾਲ ਇੰਟਰਵਿਊਜ਼ ਕਰਕੇ ਜਦੋਂ ਫਿਰ ਆਪਾਂ ਸਿੱਟਾ ਕੱਢਿਆ ਕਿ ਗੱਲ ਏਡੀ ਵੱਡੀ ਹੈ ਨਹੀਂ, ਥੋੜ੍ਹੀ ਬਹੁਤੀ ਸਾਵਧਾਨੀ ਦੇ ਨਾਲ ਆਪਾਂ ਬਚ ਸਕਦੇ ਹਾਂ, ਸੋ ਕੋਈ ਏਡੀ ਵੱਡੀ ਗੱਲ ਨਹੀਂ। ਜੇ ਨਹੀਂ ਦਵਾਈ, ਫਿਕਰ ਵਾਲੀ ਕੋਈ ਗੱਲ ਨਹੀਂ, ਦਵਾਈ ਦੀ ਲੋੜ ਹੀ ਨਹੀਂ ਹੈ। 1-2 ਸਾਵਧਾਨੀਆਂ ਵਰਤ ਕੇ ਇਹ ਕਰੋਨਾ ਵਾਇਰਸ ਤਾਂ ਕੀ, ਮੈਨੂੰ ਤਾਂ ਹੌਲੀ ਹੌਲੀ ਉਹਨੇ ਇਹ ਲੱਗਦਾ 10 ਮਹੀਨਿਆਂ ਦੇ ਵਿੱਚ ਜਿਹੜਾ ਉਸ ਫਾਰਮੂਲੇ ਦੀ ਸਹਾਇਤਾ ਨਾਲ ਵੀ ਤੁਹਾਡੇ ਅੰਦਰ ਕੋਈ ਵਾਇਰਸ ਵੀ ਨਹੀਂ ਜਾਊਗਾ। ਕੋਈ ਵੀ ਜਿਹੜਾ ਵਾਇਰਸ ਆ ਉਹ ਨੱਕ ਗਲੇ ਤੋਂ ਹੋ ਕੇ ਲੈ ਕੇ ਫੇਫੜਿਆਂ 'ਚ ਜਾਣਾ, ਤਦ ਤੁਹਾਨੂੰ ਨਜ਼ਲੇ ਜ਼ੁਕਾਮ ਦੇ ਜਿਹੜੇ ਉਹ ਸਿੰਪਟਮਸ ਆ ਉਹ ਸ਼ੁਰੂ ਹੋਣੇ ਆ। ਪਰ ਜੇ ਤੁਸੀਂ ਉਹਨੂੰ ਨੱਕ 'ਚੋਂ ਹੀ ਬਾਹਰ ਕੱਢੀ ਜਾ ਰਹੇ ਹੋ ਤੇ ਕੁਛ ਵੀ ਨਹੀਂ ਤੁਹਾਨੂੰ ਹੋਏਗਾ। ਕਰੋਨਾ ਵਾਇਰਸ ਤਾਂ ਕੀ, ਮੈਨੂੰ ਲੱਗ ਰਿਹਾ ਕਿ ਜੇ ਅਸੀਂ ਥੋੜਾ ਜਿਹਾ ਇਹ ਨੁਕਤਾ ਜੀਵਨ 'ਚ ਅਪਣਾ ਲਈਏ, ਕੋਈ ਵੀ ਵਾਇਰਸ ਤੁਹਾਨੂੰ ਸਾਰਾ ਸਾਲ ਨਹੀਂ ਲੱਗੇਗਾ, ਅਜਿਹਾ ਮੈਨੂੰ ਲੱਗਦਾ ਹੈ। ਇੱਕ ਵੀਡੀਓ ਹਾਊ ਟੂ ਪ੍ਰੀਵੈਂਟ ਕੋਵਿਡ-19 ਜੋ ਜੌਲ ਸਾਹਿਬ ਨੇ ਕਾਫੀ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਸਾਂਝੀ ਕੀਤੀ ਸੀ ਤੇ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਸਾਨੂੰ ਕਿਹਾ ਕਿ ਉਹ ਇੱਕ ਵਾਰੀ ਫਿਰ ਰਿਪੀਟ ਕੀਤੀ ਜਾਵੇ, ਤਾਂ ਉਹ ਕਲਿੱਪ ਪਲੇ ਕੀਤੀ ਜਾਵੇ ਜੌਲ ਸਾਹਿਬ ਇੱਕ ਵਾਰੀ ਫਿਰ ਤੋਂ। ਹਾਂ, ਕਿਉਂਕਿ ਉਹ ਬੈਨੀਫਿਸ਼ੀਅਲ ਆ, ਲੋਕ ਹਿੱਤ ਵਿੱਚ ਹੈ, ਅਸੀਂ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਉਹ ਪਹੁੰਚਾਈ ਹੈ, ਜਿਨ੍ਹਾਂ ਨੇ ਕਿ ਜਾਣੀ ਕਿ ਸੁਹਿਰਦਤਾ ਦੇ ਨਾਲ ਵਿਸ਼ਵਾਸ ਕਰਕੇ ਉਸ ਗੱਲ ਨੂੰ ਅਪਣਾ ਲਿਆ। ਕਿਉਂਕਿ ਅਸੀਂ ਬਹੁਤ ਵਾਰ ਆਪਣੀ ਮੱਤ ਹਰ ਇੱਕ ਵਿਅਕਤੀ ਦੀ ਬਹੁਤ ਵੱਡੀ ਹੁੰਦੀ ਨਾ, ਅਸੀਂ ਹਰ ਇੱਕ ਦੀ ਮੱਤ ਦਾ ਸਤਿਕਾਰ ਕਰਦੇ ਹਾਂ ਪਰ ਮਨ ਮੱਤ ਦਾ ਵਿਰੋਧ ਕਰਦੇ ਹਾਂ। ਸੋ ਇਸ ਕਰਕੇ ਇਹ ਹੈ ਜੀ ਵੀ ਹਰ ਇੱਕ ਦੀ ਮੱਤ ਬਹੁਤ ਵੱਡੀ ਹੋਵੇ, ਬੜਾ ਸਤਿਕਾਰ ਹੈ, ਪਰ ਕਿਸੇ ਦੀ ਕਿਤੇ ਕਹੀ ਹੋਈ ਚੰਗੀ ਗੱਲ ਕਿੱਥੇ ਜੀਵਨ ਦੇ ਵਿੱਚ ਜੁਗ ਬਿਟਾਊ ਤਰੀਕੇ ਨਾਲ ਕੰਮ ਆ ਜਾਣੀ ਆ, ਉਹਦਾ ਪਤਾ ਨਹੀਂ ਹੁੰਦਾ। ਸੋ ਇਸ ਕਰਕੇ ਹਰ ਗੱਲ ਜਿਹੜੀ ਆ ਹਰ ਇੱਕ ਵਿਅਕਤੀ ਦੇ ਬੜੇ ਧਿਆਨ ਦੇ ਨਾਲ ਸੁਣਨੀ ਚਾਹੀਦੀ ਆ, ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਲੈ ਲੈਣੀਆਂ ਚਾਹੀਦੀਆਂ। ਸੋ ਵਿਦੇਸ਼ਾਂ ਦੇ ਵਿੱਚ ਮੈਂ ਨੋਟ ਕੀਤਾ ਜੀ, ਡਾਕਟਰਸ ਨੇ ਵੀ ਐਪਰੀਸ਼ੀਏਟ ਕੀਤਾ, ਉਹਨਾਂ ਨੇ ਇਹ ਫਾਰਮੂਲਾ ਅਪਣਾਇਆ। ਹੌਲੀ ਹੌਲੀ ਹੁਣ ਦੇਖ ਰਹੇ ਆਪਾਂ ਇਹਦਾ ਪ੍ਰਚਾਰ ਬੜਾ ਵਧਿਆ ਹੋਇਆ, ਨੱਕ ਤੇ ਗਲਾ ਸਾਫ਼ ਰੱਖੋ ਨਾ, ਕਿਉਂਕਿ ਪਤਾ ਲੱਗ ਗਿਆ ਸਾਹ ਪ੍ਰਣਾਲੀ ਹੈ, ਸਾਹ ਪ੍ਰਣਾਲੀ ਦੇ ਨਾਲ ਹੀ ਜਿਹੜਾ ਇਹ ਵਾਇਰਸ ਆ ਸਰੀਰ ਤੇ ਅਟੈਕ ਕਰਦਾ। ਸਾਹ ਪ੍ਰਣਾਲੀ ਕੀ ਆ, ਉਹ ਅਜੀ ਨੱਕ ਦੇ ਰਾਹੀਂ ਹਵਾ ਜਾਂਦੀ ਆ, ਗਲੇ ਤੋਂ ਹੋ ਕੇ ਫੇਫੜਿਆਂ 'ਚ ਜਾਂਦੀ ਹੈ, ਤੇ ਉਹਦੇ ਵਿੱਚ ਜੋ ਕੁਝ ਵੀ ਜਾਣੀ ਕਿ ਪੋਲਿਊਟਡ ਐਲੀਮੈਂਟਸ ਹੈਗੇ ਆ ਵੀ ਉਹ ਜੇ ਤੁਸੀਂ ਰਾਹ ਵਿੱਚ ਉਹਨਾਂ ਦੀ ਟ੍ਰੈਫਿਕ ਨੂੰ ਰੋਕ ਰਹੇ ਹੋ, ਅੰਦਰ ਨਹੀਂ ਜਾਣ ਦੇ ਰਹੇ ਹੋ, ਕਿਉਂਕਿ ਜਿਹੜੀ ਇਨਕੂਬੇਸ਼ਨ ਹੈ ਜਾਣੀ ਇਹ ਨੱਕ ਦੇ ਵਿੱਚ ਹੋਣੀ ਹੈ, ਉਹਦੇ ਵਿੱਚ ਵਧਣਾ ਫੁੱਲਣਾ ਹੈ, ਉਸ ਤੋਂ ਬਾਅਦ ਅੱਗੇ ਟਰੈਵਲ ਕਰਨਾ, ਤੇ ਜੇ ਉਹਨੂੰ ਵਧਣ ਫੁੱਲਣ ਦਾ ਟਾਈਮ ਹੀ ਨਹੀਂ ਦਿੱਤਾ, ਉੱਥੋਂ ਹੀ ਉਹਦੀ ਨਿਕਾਸੀ ਬਾਹਰ ਨੂੰ ਕਰੀ ਗਏ ਤੇ ਤੁਹਾਨੂੰ ਕੁਛ ਵੀ ਨਹੀਂ ਹੋਣਾ। ਬਿਲਕੁਲ ਜੀ। ਸੋ ਅਸੀਂ ਇਹ ਵੀਡੀਓ ਪਲੇ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੇ ਵੀ ਕੋਈ ਸਵਾਲ ਜਵਾਬ ਹੋਣ ਜੌਲ ਸਾਹਿਬ ਦੇ ਨਾਲ ਤਾਂ 905-813-1320 9058131320 ਇਸ ਵੀਡੀਓ ਤੋਂ ਪਲੇ ਕਰਨ ਤੋਂ ਪਹਿਲਾਂ ਦੱਸ ਦਿਓ ਜੀ ਕਿ ਅਗਰ ਤੁਸੀਂ $10,000 ਪ੍ਰਤੀ ਮਹੀਨਾ ਕਮਾਉਣਾ ਚਾਹੁੰਦੇ ਹੋ ਗ੍ਰੋਸ, ਤਾਂ ਕੁਟਾਲਾ ਗਰੁੱਪ ਜੀ ਨੂੰ ਕਾਲ ਕਰ ਸਕਦੇ ਹੋ, ਜੋ ਕਿ ਇਹਨਾਂ ਨੂੰ ਡਰਾਈਵਰਸ ਚਾਹੀਦੇ ਨੇ, ਓਨਰ ਆਪਰੇਟਰਸ, 1 ਸਾਲ ਦਾ ਐਕਸਪੀਰੀਅੰਸ, ਡਬਲ ਸ਼ਿਫਟ ਲਗਾਓ, ਟ੍ਰਿਪਲ ਸ਼ਿਫਟ ਲਗਾਓ, ਯੂ ਨੇਮ ਇਟ, ਦੇ ਵਿਲ ਗਿਵ ਯੂ ਦ ਸ਼ਿਫਟ। ਕਾਲ ਕਰ ਸਕਦੇ ਹੋ 905-629-2405 905-629-2405 ਤੇ ਤੁਸੀਂ ਕੁਟਾਲਾ ਗਰੁੱਪ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਆਓ ਫਿਰ ਸੁਣਦੇ ਹਾਂ ਇਹ ਵੀਡੀਓ, ਉਸ ਤੋਂ ਬਾਅਦ ਫਿਰ ਹਾਊ ਟੂ ਪ੍ਰੀਵੈਂਟ ਕੋਵਿਡ-19, ਉਸ ਤੋਂ ਬਾਅਦ ਜੌਲ ਸਾਹਿਬ ਸਾਡੇ ਨਾਲ ਬਣੇ ਰਹਿਣਗੇ ਤੇ ਕੁਝ ਗੱਲਾਂ ਬਾਤਾਂ ਹੋਰ ਜਾਰੀ ਰਹਿਣਗੀਆਂ। ਧਿਆਨ ਦੇ ਨਾਲ ਸੁਣਨਾ ਇਹ ਵੀਡੀਓ ਤੁਹਾਡੇ ਵਾਸਤੇ, ਤੁਹਾਡੇ ਆਲੇ ਦੁਆਲੇ ਜਿੰਨੇ ਵੀ ਦੋਸਤ ਨੇ ਤੁਸੀਂ ਵੀ ਇਹ ਵੀਡੀਓ ਉਹਨਾਂ ਨੂੰ ਦਿਖਾ ਸਕਦੇ ਹੋ, ਬਿਕਾਜ਼ ਇਹ ਵੀਡੀਓ ਸਾਡੇ YouTube ਪੇਜ ਦੇ ਵਿੱਚ ਵੀ ਉਪਲਬਧ ਹੋਵੇਗੀ। ਸੋ ਹੇਅਰ ਵੀ ਗੋ, ਸੁਣਦੇ ਹਾਂ ਇਹ ਵੀਡੀਓ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਤੁਹਾਡੀ ਸੇਵਾ ਦੇ ਵਿੱਚ ਮੈਂ ਹਾਂ ਸਤਪਾਲ ਸਿੰਘ ਜੌਲ। ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਪਿਛਲੇ ਕੁ ਮਹੀਨਿਆਂ ਵਿੱਚ ਮੈਂ ਜਿੰਨੇ ਕੁ ਵੀ ਮੈਡੀਕਲ ਐਕਸਪਰਟਸ, ਸਾਇੰਟਿਸਟ ਜਾਂ ਫਿਰ ਡਾਕਟਰ ਸਾਹਿਬਾਨਾਂ ਨਾਲ ਗੱਲ ਕੀਤੀ ਹੈ, ਇਸ ਸਿੱਟੇ ਤੇ ਪਹੁੰਚਿਆ ਜੀ ਕਿ ਕਰੋਨਾ ਵਾਇਰਸ ਦਾ ਜੇ ਕੋਈ ਇਲਾਜ ਨਹੀਂ ਹੈ, ਜੇ ਇਹਦੇ ਲਈ ਹੁਣ ਕੋਈ ਅਜੇ ਤੱਕ ਦਵਾਈ ਨਹੀਂ ਬਣੀ ਹੋਈ, ਤੇ ਫਿਰ ਸੱਚ ਜਾਨਣਾ ਇਸ ਦੇ ਲਈ ਲੱਗ ਰਿਹਾ ਵੀ ਕਿਸੇ ਦਵਾਈ ਦੀ ਲੋੜ ਵੀ ਨਹੀਂ ਹੈ। ਕਾਫੀ ਸਾਰੇ ਜਿਹੜੇ ਕਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਨਾਲ ਮੈਂ ਗੱਲਬਾਤ ਵੀ ਕੀਤੀ ਹੈ ਔਰ ਉਹਨਾਂ ਦੇ ਤਜਰਬੇ ਜਿਹੜੇ ਆ ਹਾਸਲ ਕੀਤੇ ਆ, ਤੇ ਸਮਝ ਇਹ ਗੱਲ ਪੈ ਰਹੀ ਆ ਵੀ ਕਰੋਨਾ ਵਾਇਰਸ ਨੱਕ ਦੇ ਰਾਹੀਂ ਗਲੇ ਤੋਂ ਹੁੰਦੇ ਹੋਏ ਇਹ ਫੇਫੜਿਆਂ ਤੱਕ, ਲੰਗਸ ਤੱਕ ਜਿਹੜਾ ਜੀ ਪਹੁੰਚ ਕਰਦਾ ਹੈ, ਮਾਰ ਕਰਦਾ ਕਹਿ ਲਓ। ਤੇ ਭਈ ਜੇ ਇਸ ਨੂੰ ਨੱਕ ਦੇ ਵਿੱਚੋਂ ਹੀ ਬਾਹਰ ਕੱਢਣ ਦੇ ਵਿੱਚ ਵਿਅਕਤੀ ਸਫਲ ਹੋ ਜਾਏ, ਜਾਂ ਫਿਰ ਦੂਸਰਾ ਮੌਕਾ ਇਸ ਨੂੰ ਗਲੇ ਵਿੱਚ ਪਹੁੰਚ ਜਾਏ ਤੇ ਉੱਥੋਂ ਬਾਹਰ ਕੱਢ ਕੇ ਵੀ ਤੁਸੀਂ ਇਸ ਤੋਂ ਨਿਜਾਤ ਜਿਹੜੀ ਆ ਉਹ ਪਾ ਸਕਦੇ ਹੋ, ਤਾਂ ਕਿ ਵੀ ਇਹ ਫੇਫੜਿਆਂ ਤੱਕ ਨਾ ਪਹੁੰਚ ਸਕੇ। ਸੋ ਸ਼ੁਰੂਆਤੀ ਸਮੇਂ ਦੇ ਵਿੱਚ ਜਦੋਂ ਵੀ ਕੋਈ ਸਿੰਪਟਮ ਆ ਜਿਹੜਾ ਫਲੂ ਲਾਈਕ ਨਜ਼ਲੇ ਜ਼ੁਕਾਮ ਵਾਲਾ ਮਹਿਸੂਸ ਹੋਵੇ, ਬੁਖਾਰ ਹੋਵੇ ਵਗੈਰਾ, ਇੱਕ ਤੇ ਡਿਲੇ ਨਹੀਂ ਕਰਨਾ ਟੈਸਟ ਕਰਾਉਣ ਦੇ ਵਿੱਚ,
ਟੈਸਟ ਦਾ ਰਿਜ਼ਲਟ ਉਡੀਕਣ ਤੋਂ ਪਹਿਲਾਂ ਹੀ ਤੁਸੀਂ ਅਸਿਊਮ ਕਰ ਲੈਣਾ ਵੀ ਹੋ ਸਕਦਾ ਹੈ ਕਰੋਨਾ ਵਾਇਰਸ ਹੈ, ਤੇ ਆਪਣੀ ਇਕਾਂਤਵਾਸ ਦੇ ਵਿੱਚ ਜਾ ਕੇ, ਆਈਸੋਲੇਸ਼ਨ ਦੇ ਵਿੱਚ ਜਾ ਕੇ ਲਗਾਤਾਰਤਾ ਦੇ ਨਾਲ ਜਿੰਨੀ ਵਾਰੀ ਵੀ ਤੁਸੀਂ 24 ਘੰਟਿਆਂ 'ਚ ਆਪਣਾ ਨੱਕ ਤੇ ਗਲਾ ਸਾਫ਼ ਕਰੋ, ਸਟੀਮ ਲਵੋ, ਵਾਰ-ਵਾਰ ਨੱਕ ਤੇ ਗਲਾ ਸਾਫ਼ ਕਰੋ, ਤੇ ਤੁਸੀਂ ਜੀ ਵੀ ਜ਼ਰੂਰ ਕੁਝ ਦਿਨਾਂ ਦੇ ਵਿੱਚ ਹੀ ਆਪਣੇ ਆਪ ਨੂੰ ਬੈਟਰ ਮਹਿਸੂਸ ਕਰਨ ਲੱਗ ਜਾਓਗੇ। ਸੋ ਕਰੋਨਾ ਵਾਇਰਸ ਦੇ ਲਈ ਮੈਂ ਨਹੀਂ ਸਮਝਦਾ ਹਾਲ ਦੀ ਘੜੀ ਵੀ ਕਿਸੇ ਦਵਾਈ ਦੀ ਲੋੜ ਹੈ। ਜੇ ਕਿਸੇ ਨੂੰ ਵੀ ਕੋਈ ਮੁਸ਼ਕਲ ਆ ਗਈ ਆ ਇਸ ਸਿਲਸਿਲੇ ਦੇ ਵਿੱਚ, ਕੋਈ ਤਬੀਅਤ ਵਿਗੜਦੀ ਆ ਵਗੈਰਾ, ਫਲੂ ਲਾਈਕ ਸਿੰਪਟਮਸ ਹੋ ਗਏ ਆ, ਤੇ ਜਸਟ ਆਪਣਾ ਨੱਕ ਤੇ ਗਲਾ ਸਾਫ਼ ਕਰਨਾ ਲਗਾਤਾਰਤਾ ਦੇ ਨਾਲ ਸ਼ੁਰੂ ਕਰ ਦਿਓ ਤੇ ਤੁਸੀਂ ਠੀਕ ਹੋ ਜਾਓਗੇ ਕੁਝ ਸਮੇਂ ਦੇ ਵਿੱਚ ਹੀ। ਕਿਉਂਕਿ ਹਸਪੀਟਲਸ ਦੇ ਵਿੱਚ ਵੀ ਜੇ ਤੁਸੀਂ ਜਾਓਗੇ, ਉਹਨਾਂ ਕੋਲ ਜੇ ਕੋਈ ਇਲਾਜ ਹੀ ਨਹੀਂ ਆ ਤੇ ਉਹ ਹਸਪੀਟਲ 'ਚ ਤੁਹਾਨੂੰ ਕਰਨਗੇ ਕੀ। ਵੱਡੇ ਵੱਡੇ ਡਾਕਟਰ ਜਿਹੜੇ ਆ ਉਹ ਮੈਨੂੰ ਦੱਸ ਚੁੱਕੇ ਆ ਆਲਰੇਡੀ ਕਿ ਅਸੀਂ ਜੇ ਇੱਥੇ ਮਰੀਜ਼ ਆਏਗਾ, ਪਹਿਲੀ ਗੱਲ ਤਾਂ ਕਹਿੰਦੇ ਇੱਥੇ ਆਓ ਨਾ, ਉਦੋਂ ਆਓ ਜਦੋਂ ਸਾਹ ਦੀ ਤਕਲੀਫ ਸ਼ੁਰੂ ਹੋ ਗਈ ਆ। ਸਾਹ ਦੀ ਤਕਲੀਫ ਸ਼ੁਰੂ ਹੋ ਗਈ ਆ ਮਤਲਬ ਕਿ ਫੇਫੜਿਆਂ ਦੇ ਵਿੱਚ ਕਰੋਨਾ ਵਾਇਰਸ ਪਹੁੰਚ ਚੁੱਕਾ। ਫੇਫੜਿਆਂ ਦੇ ਵਿੱਚ ਕਰੋਨਾ ਵਾਇਰਸ ਪਹੁੰਚ ਚੁੱਕਾ ਤੇ ਫਿਰ ਮੌਤ ਦਾ ਉਹ ਫਰਮਾਨ ਹੈ, ਕਿਉਂਕਿ ਸਾਹ ਲੈਣ ਦੇ ਵਿੱਚ ਤਕਲੀਫ ਸ਼ੁਰੂ ਹੋ ਜਾਏਗੀ। ਹਸਪੀਟਲ ਜਾਓਗੇ, ਵੱਧ ਤੋਂ ਵੱਧ ਤੁਹਾਨੂੰ ਉਹ ਆਕਸੀਜਨ ਲਗਾ ਦੇਣਗੇ, ਗਲੂਕੋਜ਼ ਲਗਾ ਦੇਣਗੇ, ਕੋਈ ਦਰਦ ਨਿਵਾਰਕ ਤੁਹਾਨੂੰ ਪੇਨ ਕਿਲਰ ਦੇ ਦੇਣਗੇ, ਤੇ ਇਸ ਤੋਂ ਵੱਧ ਉਹ ਵੀ ਕੁਝ ਨਹੀਂ ਕਰ ਸਕਦੇ। ਤੇ ਉਹ ਇਲਾਜ ਦੇ ਬਹਾਨੇ ਤੁਹਾਡੇ ਕੋਲੋਂ ਪੈਸੇ ਤਾਂ ਵੱਟ ਸਕਦੇ ਆ, ਕਿਉਂਕਿ ਫਰਜ਼ ਕੀਤਾ ਵੀ ਜੇ ਤੁਸੀਂ ਕੈਨੇਡਾ ਤੋਂ ਬਾਹਰ ਕਿਤੇ ਐਸੇ ਦੇਸ਼ ਵਿੱਚ ਹੋ ਜਿੱਥੇ ਮੈਡੀਕਲ ਫੈਸਿਲਿਟੀਜ਼ ਇਹ ਸਾਰੇ ਇਲਾਜ ਮੁਫਤ ਨਹੀਂ ਹਨ, ਤੇ ਫਿਰ ਹਸਪੀਟਲਸ ਦੇ ਵਿੱਚ ਇਹਦਾ ਜੇ ਇਲਾਜ ਹੀ ਨਹੀਂ ਹੈ ਤੇ ਤੁਸੀਂ ਉੱਥੇ ਜਾਣਾ ਵੀ ਕੀ ਕਰਨਾ ਹੈ। ਜਦ ਕਿ ਵੀ ਕਰੋਨਾ ਵਾਇਰਸ ਦੇ ਲਈ ਜੇ ਕੋਈ ਦਵਾਈ ਨਹੀਂ ਬਣੀ, ਤੇ ਮੈਂ ਇਹ ਕਨਕਲੂਜਨ ਕੱਢਿਆ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਇਹਦੇ ਲਈ ਕਿਸੇ ਦਵਾਈ ਦੀ ਲੋੜ ਹੀ ਨਹੀਂ। ਤੁਸੀਂ ਆਪਣੇ ਪਰਹੇਜ਼ਾਂ ਦੇ ਨਾਲ ਆਪੇ ਹੀ ਇਹਦਾ ਇਲਾਜ ਕਰ ਸਕਦੇ ਹੋ ਕੁਝ ਦਿਨਾਂ ਦੇ ਵਿੱਚ। ਨੱਕ ਤੇ ਗਲਾ ਲਗਾਤਾਰਤਾ ਦੇ ਨਾਲ ਸਾਫ਼ ਕਰਦੇ ਰਹਿਣਾ, ਯਾਦ ਰੱਖਣਾ, ਨੱਕ ਤੇ ਗਲਾ ਲਗਾਤਾਰਤਾ ਦੇ ਨਾਲ ਸਾਫ਼ ਕਰਦੇ ਰਹੋ। ਕਿਸੇ ਹੋਰ ਚੀਜ਼ ਦੀ ਲੋੜ ਨਹੀਂ, ਤੁਸੀਂ ਕੁਝ ਦਿਨਾਂ ਵਿੱਚ ਠੀਕ ਹੋ ਜਾਓਗੇ ਜੇ ਤਬੀਅਤ ਵਿਗੜੇ ਵੀ ਤਾਂ। ਵੈਸੇ ਪ੍ਰਮਾਤਮਾ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੁਸੀਂ ਖੁਸ਼ ਰਹੋ ਤੇ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਉਣਾ ਤਾਂ ਕਿ ਵੀ ਭੈਣ ਭਰਾ ਜਿਹੜੇ ਆ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਵਿੱਚ ਜੇ ਘਿਰ ਗਏ ਨੇ ਤੇ ਇੱਕ ਸਿੰਪਲ ਫਾਰਮੂਲਾ ਨੱਕ ਤੇ ਗਲਾ ਸਾਫ਼ ਰੱਖ ਕੇ ਰਾਹਤ ਮਹਿਸੂਸ ਕਰ ਸਕਣ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਲਾਸਟ ਈਅਰ ਇਹ ਵੀਡੀਓ ਪੇਸ਼ ਕੀਤੀ ਗਈ ਸੀ ਐਂਡ ਕਾਫੀ ਵੱਡੀ ਤਦਾਦ ਦੇ ਵਿੱਚ ਇਸ ਨੂੰ ਨਿੰਦਿਆ ਵੀ ਗਿਆ ਸੀ ਕਿ ਕੀ ਛੱਡ ਪਰਾਂ ਰਹਿਣ ਦੇ, ਕੀ ਹੋਣਾ, ਕੁਛ ਨਹੀਂ ਹੋਣਾ। ਪਰ ਅੱਜ ਦੀ ਦੌਰ ਦੇ ਵਿੱਚ ਪਹਿਲਾਂ ਹੀ ਇਹ ਨੁਸਖਾ ਅਪਲਾਈ ਕੀਤਾ ਜਾ ਰਿਹਾ ਹੈ ਡਿਊ ਟੂ ਜੌਲ ਸਾਹਿਬ। ਜੌਲ ਸਾਹਿਬ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਅਰਸ਼। ਵੈਸੇ ਵੱਡੀ ਤਾਦਾਦ ਦੇ ਵਿੱਚ ਅੱਜ ਵੀ ਨਾ ਲੋਕ ਜਦੋਂ, ਕਿਉਂਕਿ ਅਸੀਂ ਹਰ 2 ਹਫ਼ਤਿਆਂ ਬਾਅਦ ਰਿਪੀਟ ਕਰਦੇ ਹਾਂ, ਕਿਉਂਕਿ ਨਵੇਂ ਤੋਂ ਨਵੇਂ ਸਰੋਤੇ ਪਾਠਕ ਜੁੜਦੇ ਰਹਿੰਦੇ ਆ, ਤੇ ਫਿਰ ਉਹ ਹਰ ਵਾਰ ਜਾਣੀ ਜਦੋਂ ਵੀ ਅਸੀਂ ਰਿਪੀਟ ਕਰਦੇ ਹਾਂ ਉਦੋਂ ਹੀ ਭੈਣ ਭਰਾ ਕਹਿੰਦੇ ਵੀ ਅਸੀਂ ਇਹ ਗੱਲ ਪਹਿਲਾਂ ਸੁਣੀ ਨਹੀਂ ਸੀ ਜੀ, ਦੱਸਿਓ ਕੌਣ ਹੈ, ਹਨਾ। ਉਹ ਨਵੇਂ ਲੋਕਾਂ ਨੂੰ ਟਾਰਗੇਟ ਕਰਨ ਲਈ ਹੀ ਆਪਾਂ ਜਾਣੀ। ਜੌਲ ਸਾਹਿਬ, ਇੱਕ ਛੋਟੀ ਜਿਹੀ ਫੇਵਰ, ਤੁਸੀਂ ਥੋੜਾ ਮਾਈਕ ਦੇ ਲਾਗੇ ਆ ਜਾਓ ਜੀ, ਤਾਂ ਏਦਾਂ ਲੱਗਦਾ ਕਿ ਤੁਸੀਂ ਕਾਫੀ ਦੂਰ ਹੋ ਸਾਡੇ ਤੋਂ। ਹਾਂ ਜੀ, ਨਹੀਂ ਹੈ, ਮਾਈਕ ਤੇ ਮੇਰੇ ਕੋਲ ਹੀ ਸੀ ਜੀ। ਤੇ ਵੀ ਜਾਣੀ ਕਿ ਵੀ ਨਵੇਂ ਜਿਹੜੇ ਲੋਕ ਜੁੜਦੇ ਆ ਤਾਂ ਕਿ ਵੀ ਉਹ ਵੀ ਇਹਦੇ ਨਾਲ, ਹੁਣ ਕੱਲ ਵੀ ਆਪਾਂ ਨੂੰ ਜਿਸ ਤਰ੍ਹਾਂ ਕਾਲਸ ਆਈਆਂ ਸੀ ਵੀ ਜੇ ਫਾਰਮੂਲਾ ਦੱਸਿਆ ਜਾਵੇ ਜੀ, ਇਸ ਕਰਕੇ ਇਹ ਆ ਜੀ ਵੀ ਅਸੀਂ ਤਾਂ ਇਹ ਵੀ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਸੀ ਵੀ ਜੇ ਹੁਣ ਨੱਕ ਗਲਾ ਸਾਫ਼ ਕਰਨ ਦਾ ਨੁਕਸਾਨ ਤਾਂ ਕੋਈ ਹੋਣਾ ਹੀ ਨਹੀਂ, ਤੁਸੀਂ ਟਰਾਈ ਕਰਕੇ ਦੇਖ ਲਓ, ਹਨਾ। ਤੇ ਜੇ ਇਹਦਾ ਕੋਈ ਤੁਹਾਨੂੰ ਨੁਕਸਾਨ ਹੋਣ ਲੱਗ ਗਿਆ ਜਾਂ ਫਾਇਦਾ ਕੋਈ ਵੀ ਨਾ ਹੋਇਆ ਤੇ ਫਿਰ ਬੰਦਾ ਜਦੋਂ ਮਰਜ਼ੀ ਬੰਦ ਕਰ ਦੇਵੇ ਵੀ ਨੱਕ ਤੇ ਗਲਾ ਸਾਫ਼ ਰੱਖਣ ਦਾ ਮੈਨੂੰ ਤੇ ਕੋਈ ਫਾਇਦਾ ਹੀ ਨਹੀਂ ਹੋਇਆ ਜੀ, ਫਿਰ ਬੰਦਾ ਬੰਦ ਕਰ ਦੇਵੇ, ਹਨਾ। ਇਹਦੇ 'ਚ ਇਹ ਤਾਂ ਹੈ ਨਹੀਂ ਵੀ ਕੁਛ ਲੱਗਣਾ ਆਪਣਾ। ਤੇ ਦੂਸਰਾ ਇਹ ਆ ਜੀ ਵੀ ਜਿਨ੍ਹਾਂ ਨੇ ਲਿਖ ਕੇ ਅਪਣਾਇਆ ਉਹ ਬੜੇ ਵਧੀਆ ਨੇ, ਸੁਖੀ ਨੇ, ਔਰ ਮੇਰੀ ਨਜ਼ਰ 'ਚ ਵੈਸੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਆਇਆ ਨਹੀਂ ਜਿਹਨੇ ਇਸ ਨੂੰ ਨਿੰਦਿਆ ਹੋਵੇ ਵੀ ਕਿਹਾ ਹੋਵੇ ਵੀ ਨਹੀਂ ਇਹ ਕੋਈ ਏਡੀ ਗੱਲ ਨਹੀਂ। ਪਰ ਹਾਂ, ਇਸ ਤਰ੍ਹਾਂ ਦੇ ਲੋਕ ਜਿਹੜੇ ਜ਼ਰੂਰ ਸੀਗੇ ਜਿਨ੍ਹਾਂ ਨੇ ਇਹਨੂੰ ਸੁਣਿਆ ਹੀ ਨਹੀਂ, ਜਾਣੀ ਕਿ ਕਰਨੇ ਹੀ ਨਹੀਂ ਕਰਿਆ, ਉਹਨਾਂ ਨੇ ਕਰਨਾ ਕੀ ਸੀਗਾ। ਪਰ ਜਿਨ੍ਹਾਂ ਨੇ ਜਾਣੀ ਕੀਤਾ ਉਹ ਠੀਕ ਠਾਕ ਨੇ ਆਪਣੀ ਜਗ੍ਹਾ ਤੇ, ਠੀਕ ਠਾਕ ਤੁਸੀਂ ਰਹੋ, ਇਹੀ ਸਾਡਾ ਮਕਸਦ ਹੈ। ਸੋ ਜਿਹੜਾ ਇਹ 3 ਮਹੀਨਿਆਂ ਦੀ ਗੱਲ ਹੈ, ਉਦੋਂ ਕਿਉਂਕਿ ਮਾਰਚ ਦੇ ਵਿੱਚ ਅਰਸ਼ ਲੱਗਾ ਸੀ ਲੋਕਡਾਊਨ, ਤੇ ਜੂਨ ਦੇ ਵਿੱਚ ਜਾਣੀ ਇਹ ਵਿਚਾਰ ਮੇਰੇ ਮਨ ਦੇ ਵਿੱਚ ਡਿਵੈਲਪ ਹੋ ਗਿਆ ਸੀਗਾ ਸਾਰੇ ਪਾਸਿਆਂ ਤੋਂ ਜਿਹੜੀ ਆ ਫੀਡਬੈਕ ਲੈ ਕੇ ਕਿ ਆਹ ਗੱਲ ਆ ਅਸਲ ਦੇ ਵਿੱਚ ਵੀ ਜੇ ਕੋਈ ਦਵਾਈ ਹੈ ਨਹੀਂ। ਇਹ ਜੂਨ 2020 ਦੀ ਗੱਲ ਆ। ਸੋ 3 ਮਹੀਨਿਆਂ ਦਾ ਮਤਲਬ ਇਹ ਆ, ਉਦੋਂ ਤੋਂ ਲੈ ਕੇ ਜਾਣੀ ਅੱਜ 10 ਮਹੀਨੇ ਹੋ ਗਏ ਆ। ਸੋ ਬਹੁਤ ਵੱਡਾ ਸੰਤਾਪ ਹੈ ਜਿਹੜਾ ਮਨੁੱਖਤਾ ਨੇ ਭੋਗਿਆ। ਪਰ ਜਿੰਨਾ ਕੁ ਵੀ ਕੰਟਰੀਬਿਊਸ਼ਨ ਅਸੀਂ ਇਹਦੇ ਵਿੱਚ ਆਪਣੀ ਕੋਸ਼ਿਸ਼ਾਂ ਦੇ ਨਾਲ ਆਪਣੀ ਸਮਝ ਦੇ ਮੁਤਾਬਕ ਪਾ ਸਕੇ ਹਾਂ, ਉਹ ਆਪਾਂ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਹਾਜ਼ਰ ਰਹਿਣਾ ਜੀ ਆਪਾਂ। ਜੀ, ਲਾਈਨਸ ਸਾਰੀਆਂ ਫਲੈਸ਼ ਕਰ ਰਹੇ ਨੇ ਜੌਲ ਸਾਹਿਬ, ਅਸੀਂ 1 ਬਾਈ 1 ਲੈਂਦੇ ਹਾਂ ਜੀ। ਸੋ ਪਹਿਲੀ ਕਾਲ ਔਨ ਦੀ 에ਅਰ ਐਂਡ ਕਾਲਰਸ ਨੂੰ ਦਰਖਾਸਤ ਹੈ ਕਿ ਰਿਸਪੈਕਟਫੁਲੀ ਕੁਐਸਚਨ ਪੁੱਛਿਆ ਜਾਵੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਟੋਰਾਂਟੋ ਕਾਲਰਸ। ਚਲੋ ਜੀ, ਨੈਕਸਟ ਕਾਲ ਔਨ ਦੀ 에ਅਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਆਪਣਾ ਐਕਸਪੀਰੀਅੰਸ ਪ੍ਰੈਕਟੀਕਲ ਹੈ ਉਹ ਯੂਜ਼ ਸਤਪਾਲ ਸਿੰਘ ਜੋਲ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ।
ਇੱਕ ਮੈਂ ਇਹ ਮਹਿਸੂਸ ਕਰਦਾ, ਮਤਲਬ ਮੈਂ ਪ੍ਰੈਕਟੀਕਲੀ ਕੀਤਾ ਹੈ ਕਿ ਜਿਹੜਾ ਕੋਈ ਆਪਣਾ ਕ੍ਰੋਨਿਕ ਆਪਣੇ ਕਰੋਨਾ ਦਾ ਪੇਸ਼ੈਂਟ ਹੈ ਨਾ ਜੀ, ਉਹਦਾ ਵੇਨ ਦੇ ਵਿੱਚੋਂ 5 cc ਬਲੱਡ ਲੈ ਕੇ ਉਹਦੇ ਬਟਕ ਤੇ ਇੰਜੈਕਟ ਕੀਤਾ ਜਾਵੇ, ਹਫਤਾ ਇੱਕ ਪੂਰਾ ਡੇਲੀ ਇਹਦਾ ਕੀਤਾ ਜਾਵੇ ਤਾਂ ਉਹ ਠੀਕ ਹੋ ਸਕਦਾ। ਕਿੱਥੇ ਇੰਜੈਕਟ ਕੀਤਾ ਜਾਵੇ? ਮਤਲਬ ਉਹਦੀ ਵੇਨ ਚੋਂ ਬਲੱਡ ਲੈਣਾ 5 cc ਹਾਂ, ਔਰ ਉਹਦੇ ਟਿਊਬ ਇਸੇ ਪਿੱਛੇ ਬਟਕ ਤੇ ਇੰਜੈਕਟ ਕਰ ਦੇਣਾ। ਤੁਸੀਂ ਇਹ ਅਪਲਾਈ ਕੀਤਾ ਸੀ ਆਪਣੇ ਆਪ ਤੇ? ਇਹ ਮੈਂ ਇੰਡੀਆ ਦੇ ਵਿੱਚ ਕੁਝ ਕਿਉਂਕਿ ਦੇਖੋ ਇਹ ਜਿਹੜੀ ਕਫ ਦੀ ਪ੍ਰੋਬਲਮ ਹੈ, ਕਫ ਬਲਗਮ ਐਲਰਜੀ, ਉੱਥੇ ਮੈਂ ਸਕਿਨ ਐਲਰਜੀ ਦੇ ਤੇ ਇਹ ਪ੍ਰੈਕਟੀਕਲੀ ਕਰਕੇ ਦੇਖਿਆ ਜੀ, ਜਿਹੜਾ ਕਿ ਕਹਿੰਦਾ ਮੈਂ ਸੈਂਕੜੇ ਦਵਾਈਆਂ ਯੂਜ਼ ਕਰ ਚੁੱਕਿਆ ਮਗਰ ਇਹ ਮੇਰਾ ਫਾਰਮੂਲੇ ਦੇ ਨਾਲ ਉਹਦੀ ਬੋਡੀ ਬਿਲਕੁਲ ਨੋਰਮਲ ਹੋ ਗਈ। Are you a doctor, ਅੰਕਲ ਜੀ? ਹਾਂਜੀ। ਤੁਸੀਂ ਡਾਕਟਰ ਹੋ? ਹਾਂਜੀ। ਓਕੇ, ਲਾਇਸੈਂਸ ਡਾਕਟਰ? ਜੀ ਇਹ ਹੋਮਿਓ ਮੈਂ ਚਾਹੁੰਦਾ ਕੋਈ ਡਾਕਟਰ ਅਗਰ ਇਹਨੂੰ ਅਪਲਾਈ ਕਰਕੇ ਦੇਖੇ ਅੱਛਾ, ਠੀਕ ਤੁਸੀਂ ਨੁਕਸਾਨ ਕੋਈ ਨਹੀਂ, ਫਾਇਦਾ ਜ਼ਰੂਰ ਹੋ ਸਕਦਾ। ਓਕੇ ਠੀਕ ਹੈ ਜੀ। ਜੀ ਜੋਹਲ ਸਾਹਿਬ, ਇਹਨਾਂ ਦੀ ਸੁਜੈਸ਼ਨ ਆ ਜਿਹੜੀ ਇੱਕ ਸਟੈਪ ਅਹੈਡ ਹੋ ਸਕਦੀ ਆ ਬਲਗਮ, ਪਰ ਆਪਣੀ ਜਿਹੜੀ ਸੁਜੈਸ਼ਨ ਆ ਉਹ ਬਲਗਮ ਤੋਂ ਪਹਿਲਾਂ ਦੀ ਆ। ਹਾਂ। ਐਂਡ ਜੋਹਲ ਸਾਹਿਬ ਆਪਾਂ ਇਹ ਦਰਖਾਸਤ ਕਰਦੇ ਕਿ ਇਹ ਪਲੀਜ਼ ਆਪਣੇ ਵੱਲੋਂ ਡਾਕਟਰਸ ਕੋ ਪੁੱਛ ਕੇ ਸਲਾਹ ਕਰਕੇ ਇਹ ਸਟੈਪ ਚੁੱਕਿਓ ਜੀ। ਇਹ ਸਾਡੀ ਬੇਨਤੀ ਹੈ ਜੀ। ਇਹ the views and opinions on this show does not reflect the station। ਇੱਕ ਵਾਰੀ ਫਿਰ ਦੱਸ ਦਈਏ, ਤੁਸੀਂ ਆਪਣੇ ਆਪ ਤੇ ਪਹਿਲਾਂ ਇਹ ਅਪਣਾਉਣ ਤੋਂ ਪਹਿਲਾਂ ਪਲੀਜ਼ ਆਪਣੇ ਡਾਕਟਰ ਦੀ ਸਲਾਹ ਲੈਣਾ ਜੀ। ਜੋਹਲ ਸਾਹਿਬ, ਕਿਉਂਕਿ ਜਿਹੜਾ ਹੁਣ ਬਲੱਡ ਆਪਣਾ ਹੀ ਕੱਢ ਕੇ ਆਪਣੀ ਬੋਡੀ 'ਚ ਇੰਜੈਕਟ ਕਰਨਾ, ਯਾਨੀ ਕਿ ਜੇ ਉਹ ਇਨਫੈਕਟਡ ਬਲੱਡ ਹੈ ਤੇ ਚਲੋ ਇਹ ਇਹਨਾਂ ਦੀ ਸਮਝ ਮੁਬਾਰਕ, ਜਿੱਦਾਂ ਵੀ ਇਹਨਾਂ ਨੇ ਤਜਰਬਾ ਕੀਤਾ, ਪਰ ਅਸੀਂ ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਤੇ ਇਹ ਜੇ ਅਸੀਂ ਨੱਕ ਤੇ ਗਲਾ ਸਾਫ਼ ਰੱਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਇਹ ਕੁਝ ਕਰਨ ਦੀ ਲੋੜ ਹੀ ਨਹੀਂ। ਹਾਂ, ਹਨਾ, ਵੀ ਕਰੋਨਾ ਵਾਇਰਸ ਹੋਣ ਤੋਂ ਬਾਅਦ ਨਹੀਂ ਸ਼ੁਰੂ ਕਰਨ ਦੀ ਲੋੜ, ਇਹ ਤਾਂ ਸਦਾ ਹੀ ਜਾਣੀ ਸਾਰਾ ਸਾਲ ਡੇਲੀ ਬੇਸਿਸ ਤੇ ਤੁਸੀਂ ਆਪਣਾ ਨੱਕ ਤੇ ਗਲਾ ਜੇ ਕਲੀਨ ਰੱਖ ਰਹੇ ਹੋ ਤਾਂ ਤੁਹਾਨੂੰ ਕੋਈ ਵੀ ਵਾਇਰਸ ਚੁੰਬੜੇਗਾ ਹੀ ਨਹੀਂ, ਇਨਕਲੂਡਿੰਗ ਕਰੋਨਾ ਵਾਇਰਸ। ਏਦਾਂ ਮੈਨੂੰ ਲੱਗਦਾ ਚਲੋ ਅਪਣਾ ਕੇ ਦੇਖਿਆ ਜਾ ਸਕਦਾ 6 ਮਹੀਨੇ, ਉਸ ਤੋਂ ਬਾਅਦ ਜੇ ਕੋਈ ਫਾਇਦਾ ਹੋਵੇ ਨਾ ਤੇ ਛੱਡਿਆ ਜਾ ਸਕਦਾ, ਤੇ ਨੁਕਸਾਨ ਤਾਂ ਕੋਈ ਨਹੀਂ ਜੀ। ਨੈਕਸਟ ਕਾਲ ਔਨ ਦੀ 에ਅਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਅਰਚ ਬਾਈ ਜੀ, ਸਤਪਾਲ ਜੌਲ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਜੀ। ਇਹ ਬਹੁਤ ਸੋਹਣੀ ਰਿਪੋਰਟਿੰਗ ਕਰਦੇ ਆ ਜੀ, ਫ੍ਰੀ ਸੇਵਾ ਕਰਦੇ ਆ, ਸ਼ਾਬਾਸ਼ ਇਹਨਾਂ ਨੂੰ। ਬਹੁਤ ਸਾਫ਼ ਸੁਥਰੀ ਇਹਨਾਂ ਦੀ ਰਿਪੋਰਟਿੰਗ ਹੁੰਦੀ ਹੈ ਤੇ ਜ਼ਰੂਰ ਅਮਲ ਕਰਨਾ ਚਾਹੀਦਾ ਜਿਹੜੀਆਂ ਗੱਲਾਂ ਇਹ ਦੱਸ ਰਹੇ ਆ। ਕਾਲਾ ਕੰਮੈਣੀਆਂ ਬੋਲਦਾ ਮੈਂ ਜੀ। ਕਾਲਾ ਭਾਈ, ਥੈਂਕ ਯੂ ਸੋ ਮਚ ਜੀ। ਜੀ 905 813 1320 905 813 1320। ਜੌਲ ਸਾਹਿਬ, ਕੀ ਕਹਿਰ ਆ ਗਿਆ ਦੁਨੀਆ ਦੇ ਵਿੱਚ? ਇਹ ਕੋਵਿਡ ਨੇ ਕਾਫੀ ਲਵਡ ਵਨਸ ਨੂੰ ਆਪਣੇ ਤੋਂ ਵਿਛੜ ਦਿੱਤਾ। ਐਂਡ ਮੈਂ ਇੰਡੀਆ ਤੋਂ ਜੋ ਸ਼ਮਸ਼ਾਨ ਘਾਟ ਨੂੰ ਲੈ ਕੇ ਮੈਂ ਇੱਕ ਵੀਡੀਓ ਦਿੱਲੀ ਦੇ ਵਿੱਚ ਖਾਸ ਕਰਕੇ, ਜੋ ਆਕਸੀਜਨ ਤਾਂ ਪਹਿਲਾਂ ਉੱਥੇ ਤਾਂ ਕਹਿੰਦੇ ਇਟਸ ਵੈਰੀ ਵੈਰੀ ਲੋ, ਤੇ ਜੋ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਸਾਡੇ ਕੋਲ 2 ਐਂਡ ਦੇ ਵਿੱਚ ਲਾਸ਼ਾਂ ਰਹਿ ਗਈਆਂ ਸਨ, ਬੋਡੀਜ਼ ਰਹਿ ਗਈਆਂ ਸਨ, ਉਹਨਾਂ ਨੇ ਸਾੜਨਾ ਸੀ, ਬਟ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਨਹੀਂ ਸਨ ਉੱਥੇ। ਜਦੋਂ ਉਹਨਾਂ ਨੂੰ ਫੋਨ ਕੀਤਾ ਗਿਆ, ਧਿਆਨ ਦੇ ਨਾਲ ਸੁਣਿਓ ਗੱਲ, ਜਦੋਂ ਉਹਨਾਂ ਨੂੰ ਫੋਨ ਕੀਤਾ ਗਿਆ ਉਹਨਾਂ ਨੂੰ ਇਹ ਕਿਹਾ ਡਾਕਟਰ ਸਾਹਿਬ ਨੂੰ ਕਿ ਤੁਸੀਂ ਕਰ ਲਓ ਜੋ ਕਰਨਾ ਜੀ, ਅਸੀਂ ਤਾਂ ਬਹੁਤ ਦੂਰ ਆ ਗਏ ਹਾਂ, ਸਾਨੂੰ ਵੀਡੀਓ ਭੇਜ ਦਿਓ। ਦੇਖੋ, ਇਹ ਖੂਨ ਚਿੱਟਾ ਹੋਣ ਦੀਆਂ ਐਗਜ਼ਾਮਪਲ ਤਾਂ ਮਿਲਦੀਆਂ ਰਹਿੰਦੀਆਂ, ਜਦੋਂ ਇਹ ਉਹੀ ਗੱਲ ਆ ਗਈ ਨਾ ਵੀ ਮਾਵਾਂ ਪੁੱਤ ਨਹੀਂ ਪਛਾਣਦੀਆਂ। ਇਹ ਹੁੰਦਾ ਨਾ ਪੰਜਾਬੀ ਦੇ ਵਿੱਚ ਗੱਲ ਬੜੀ ਪੁਰਾਣੀ ਚੱਲਦੀ ਆ ਕਿ ਜਦੋਂ ਇਹ ਸਿਰ ਤੇ ਇਹੋ ਜਿਹੀ ਵਕਤ ਪੈ ਜਾਏ ਨਾ ਵੀ ਉਸ ਵੇਲੇ ਕਈ ਵਾਰੀ ਮਾਵਾਂ ਵੀ ਪੁੱਤ ਨਹੀਂ ਪਛਾਣਦੀਆਂ। ਸੋ ਇਹ ਐਗਜ਼ਾਮਪਲ ਜਿਉਂ ਕਰੋਨਾ ਵਾਇਰਸ ਪਿਛਲੇ ਸਾਲ ਆਇਆ ਸੀ, ਡੈਥਸ ਹੋਣੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ ਵੀ, ਅੰਮ੍ਰਿਤਸਰ ਤੋਂ ਵੀ ਐਗਜ਼ਾਮਪਲਸ ਆ ਗਈਆਂ ਸੀਗੀਆਂ ਨਾ। ਕੁੜੀ ਵਕੀਲ ਬਣਾਇਆ ਮਾਂ ਪਿਓ ਨੇ, ਤੇ ਉਹਨੇ ਜਾਣੀ ਕਿ ਜਾ ਕੇ ਆਪਣੇ ਉਸ ਵੇਲੇ ਰਿਫਿਊਜ਼ ਕਰਤਾ ਸੀਗਾ, ਜਿਸ ਤਰ੍ਹਾਂ ਨਿਊਜ਼ ਸੀ, ਹੋ ਸਕਦਾ ਉਹਦੇ ਵਿੱਚ ਕੋਈ ਕਰੈਕਸ਼ਨ ਦੀ ਲੋੜ ਹੋਵੇ, ਤੇ ਉਹਨੇ ਜਾਣੀ ਆਪਣੇ ਪਿਤਾ ਜੀ ਦੀ ਲਾਸ਼ ਜਿਹੜੀ ਆ ਉਸ ਵੇਲੇ ਫਿਰ ਨਹੀਂ ਸੀ ਪਛਾਣੀ ਜਾਂ ਨਹੀਂ ਸੀ ਲੈਣ ਗਈ ਵਗੈਰਾ ਵਗੈਰਾ। ਸੋ ਏਦਾਂ ਦੇ ਇੰਸੀਡੈਂਟ ਲਗਾਤਾਰ ਤਾਂ ਦੇ ਨਾਲ ਵਾਪਰ ਰਹੇ ਆ, ਪਰ ਹੁਣ ਤਾਂ ਜਾਣੀ ਕਿ ਇਹ ਜਿਹੜਾ ਹਾਲਾਤ ਉੱਥੇ ਚੱਲ ਰਹੇ ਆ, ਜਿੰਨੇ ਵੀ ਤੁਸੀਂ ਭੈਣ ਭਰਾ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਨਾ, ਆਪਣੇ ਆਪ ਨੂੰ ਘੱਟੋ ਘੱਟ ਜ਼ਰੂਰ ਖੁਸ਼ਕਿਸਮਤ ਸਮਝੋ ਵੀ ਅੱਜ ਆਪਾਂ ਉੱਥੇ ਨਹੀਂ ਗਏ। ਅੱਜ ਅਸੀਂ ਖੁਸ਼ਕਿਸਮਤ ਹਾਂ ਕਿ ਦੁਨੀਆ ਦੇ ਇਸ ਨੰਬਰ 1 ਦੇਸ਼ ਦੇ ਵਿੱਚ ਬੈਠੇ ਹਾਂ, ਤੇ ਜਿੱਥੇ ਜੋ ਵੀ ਇੱਥੇ ਹਾਲਾਤ ਨੇ, ਜਿੰਨਾ ਮਰਜ਼ੀ ਤੁਸੀਂ ਸਥਾਪਿਤ ਹੋਣ ਤੋਂ ਬਾਅਦ ਇਹਨੂੰ ਨਿੰਦ ਲਓ ਵੀ ਇਹ ਮਾੜੀ ਜਗ੍ਹਾ ਆ ਕੈਨੇਡਾ, ਹਨਾ, ਚਲੋ ਤੁਹਾਨੂੰ ਮੁਬਾਰਕ ਹੋਵੇ। ਆਉਣ ਤੋਂ ਪਹਿਲਾਂ ਆਪਣੀ ਸੋਚ ਕੁਛ ਹੋਰ ਸੀ, ਆਪਾਂ ਭੱਜ ਕੇ ਇੱਥੇ ਪਹੁੰਚਣਾ ਚਾਹੁੰਦੇ ਸੀ। ਅੱਜ ਵੀ ਲੱਖਾਂ ਲੋਕਾਂ ਦਾ ਸੁਪਨਾ ਇਹੀ ਆ ਵੀ ਅਸੀਂ ਕੈਨੇਡਾ ਪਹੁੰਚਣਾ,
ਉੱਥੇ ਜਾ ਕੇ ਲਾਈਨਾਂ 'ਚ ਲੱਗੇ ਅੰਬੈਸੀਆਂ ਦੇ ਮੋਹਰੇ ਲੋਕਾਂ ਨੂੰ ਪੁੱਛੋ ਕੋਈ ਨੁਕਸ ਕੱਢਦੇ ਕੈਨੇਡਾ ਵਿੱਚ? ਨੁਕਸ ਕਦੀ ਕੱਢਿਆ ਇੰਗਲੈਂਡ ਦੇ ਵਿੱਚ? ਇੰਡੀਆ 'ਚ ਹੁੰਦਿਆਂ ਨੁਕਸ ਕੱਢਿਆ ਕਦੀ ਆਸਟ੍ਰੇਲੀਆ ਦੇ ਵਿੱਚ, ਕਦੀ ਅਮਰੀਕਾ ਦੇ ਵਿੱਚ? ਇਹ ਪਹੁੰਚ ਕੇ ਸਥਾਪਿਤ ਹੋਣ ਤੋਂ ਬਾਅਦ, ਕਰੋੜਪਤੀ ਬਣ ਜਾਣ ਤੋਂ ਬਾਅਦ ਹੀ ਆਉਂਦਾ ਨਾ ਵੀ ਫਿਰ ਆਪਾਂ ਪ੍ਰਧਾਨ ਮੰਤਰੀਆਂ 'ਚ ਵੀ ਨੁਕਸ ਕੱਢਦੇ ਇੱਥੇ, ਹੈ ਨਾ। ਉਹ ਗੱਲ ਲੇਕਿਨ ਕਿ ਇੱਕ ਵੱਖਰੀ ਆ। ਪਰ ਮੈਂ ਦੱਸ ਦਿਆਂ, ਜੋ ਕੁਛ ਇਸ ਕੈਨੇਡਾ ਦੇ ਵਿੱਚ ਹੋ ਰਿਹਾ, ਹੋਰ ਸੰਸਾਰ ਦੇ ਹਿੱਸਿਆਂ 'ਚ ਇਹਦੇ ਨਾਲੋਂ ਉਹ ਵੱਧੇ ਹੀ ਹੋ ਰਿਹਾ ਹੋਊਗਾ ਮਾੜਾ ਕੰਮ, ਜਿਹੜਾ ਆਪਾਂ ਨੂੰ ਇੱਥੇ ਲੱਗਦਾ। ਕਿਉਂਕਿ ਰਿਪੋਰਟ ਦੇ ਮੁਤਾਬਕ 200 ਦੇ ਕਰੀਬ ਦੇਸ਼ਾਂ ਦੇ ਵਿੱਚੋਂ ਕੈਨੇਡਾ ਅੱਜ ਵੀ ਨੰਬਰ 1 ਆ। ਤੇ ਜਿੰਨੇ ਵੀ ਇਹ 'ਚ ਨੁਕਸ ਆ ਨਾ ਆਪਾਂ ਨੂੰ ਨਜ਼ਰ ਆਉਂਦੇ, ਹੋਰ ਕਿਤੇ ਇਸ ਤੋਂ ਜਾਣੀ ਵੱਧੇ ਹੀ ਹੋਣਗੇ। ਸੋ ਇਸ ਕਰਕੇ ਇਸ ਗੱਲੋਂ ਆਪਾਂ ਸ਼ੁਕਰ ਕਰੀਏ। ਪਰ ਜੋ ਕੁਛ ਸੰਸਕਾਰ ਦੀਆਂ ਰਸਮਾਂ ਵਾਲੀ ਗੱਲ ਸੀ, ਉਹ ਤਾਂ ਹੁਣ ਕਿਤੇ ਕਹਿ ਲਓ ਵੀ ਪੰਖੇਰ ਹੀ ਹੋ ਗਈ ਆ। ਕਿਉਂਕਿ ਲਾਸ਼ਾਂ, ਇਹ ਜਿਹੜੇ ਤੁਸੀਂ ਵੀਡੀਓ ਕਲਿੱਪ ਦੀਆਂ ਗੱਲਾਂ ਕਰ ਰਹੇ ਹੋ, ਦੇਖ ਰਹੇ ਹੋ ਅਰਸ਼ ਜੀ, ਕਿੰਨਾ ਤਰਸ ਆਉਂਦਾ ਵੀ ਬਿਨਾਂ ਬਾਲਣ ਤੋਂ ਸਾੜੀਆਂ ਜਾ ਰਹੀਆਂ। ਜਿੱਦਾਂ ਉੱਥੇ ਪੰਜਾਬ ਦੇ ਵਿੱਚ ਤੁਹਾਡੇ ਡੈਡ ਨੂੰ ਪਤਾ ਵੀ ਲੋਕ ਜਿਹੜੀ ਚੀਜ਼ ਨਹੀਂ ਕੂੜਾ ਚਾਹੀਦਾ ਹੁੰਦਾ ਸੀਗਾ, ਰੂੜੀ ਨੂੰ ਅੱਗ ਲਾਉਂਦੇ ਸੀ, ਨਾ ਜੀ। ਸੋ ਲਾਸ਼ਾਂ ਦਾ ਢੇਰ ਇਕੱਠਾ ਕਰਕੇ ਰੂੜੀ ਕੂੜੇ ਵਾਂਗੂ ਮਨੁੱਖਾਂ ਨੂੰ ਅੱਗ ਲਾਈ ਜਾ ਰਹੀ ਆ। ਸੋ ਮੈਂ ਸਮਝਦਾ ਵੀ ਉੱਥੇ ਸੰਸਕਾਰ ਦੀਆਂ ਰਸਮਾਂ ਵਾਲੀ ਤੇ ਗੱਲ ਰਹੀ ਕੋਈ ਨਹੀਂ। ਇੰਨਾ ਕਿਸੇ ਕੋਲ ਸਮਾਂ ਨਹੀਂ ਜਾਂ ਕੋਈ ਇਸ ਤਰ੍ਹਾਂ ਦਾ ਹੌਸਲਾ ਨਹੀਂ। ਕਰੋਨਾ ਵਾਇਰਸ ਨੂੰ ਪ੍ਰਚਾਰਿਆ ਵੀ ਇਸ ਤਰੀਕੇ ਦੇ ਨਾਲ ਇੱਕ ਛੂਤ ਦੀ ਬਿਮਾਰੀ ਦੇ ਵਜੋਂ ਗਿਆ ਵੀ ਜਾਣੀ ਜੇ ਤੁਸੀਂ ਲਾਗੇ ਵੀ ਗਏ ਤੇ ਮੈਂ ਹੋ ਜਾਊਗਾ, ਤੁਹਾਨੂੰ ਪਤਾ ਹੀ ਆ ਉੱਥੋਂ ਦੇ ਸਮਾਜ ਦਾ। ਇਸ ਕਰਕੇ ਇਸੇ ਕਰਕੇ ਆਪਣੇ ਜਿਹੜੇ ਆਪਣੇ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਕਿਤੇ। ਜੋਲ ਸਾਹਿਬ, ਲੈਟਸ ਟੇਕ ਆਲ ਦ ਕਾਲਸ ਵਨ ਬਾਈ ਵਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਟੋਰਾਂਟੋ ਕਾਲਰਸ ਜੀ। ਚਲੋ ਜੀ, ਨੈਕਸਟ ਕਾਲ ਆਉਂਦੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪ੍ਰੋਗਰਾਮ ਬਹੁਤ ਵਧੀਆ ਹੈ। ਥੈਂਕ ਯੂ ਸੋ ਮਚ। ਜੋਲ ਭਾਜੀ ਹਮੇਸ਼ਾ ਹੀ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ, ਅਸੀਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੁਹਾਡਾ ਪ੍ਰੋਗਰਾਮ ਵੀ ਬਹੁਤ ਸੋਹਣਾ ਹੁੰਦਾ ਹੈ ਤੇ ਪਰਮਾਤਮਾ ਇਹਨਾਂ ਨੂੰ ਬਹੁਤ ਬਹੁਤ ਮਤਲਬ ਕਿ ਗਾਂ ਤਰੱਕੀ ਦੇਵੇ ਪਰਮਾਤਮਾ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ। ਤੇ ਇਹਨਾਂ ਦਾ ਇਹ ਫੋਨ ਨੰਬਰ ਵੀ ਮਤਲਬ ਤੁਸੀਂ ਦੱਸਦੇ ਰਿਹਾ ਕਰੋ। ਜੀ ਥੈਂਕ ਯੂ ਸੋ ਮਚ। ਓਕੇ ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਕਾਲ ਆਉਂਦੀ ਹੈ ਜੀ। ਹੈਲੋ। ਓ ਮਾਈ ਗॉड, ਸਾਰੇ ਸਰੋਤਿਆਂ ਨੂੰ ਬੇਨਤੀ ਹੈ ਜੀ, ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਫੀਡਬੈਕ ਸਾਨੂੰ ਆਉਂਦੀ ਹੈ। ਰੇਡੀਓ ਦੀ ਵੋਲਿਊਮ ਪਿੱਛੋਂ ਪਲੀਜ਼ ਘੱਟ ਦਿਆ ਕਰੋ ਜੀ। ਨੈਕਸਟ ਕਾਲ ਆਉਂਦੀ ਹੈ। ਹੈਲੋ। ਓਹੋ ਹੋ ਜੋਲ ਸਾਹਿਬ, ਕੀ ਕਰੀਏ। ਨੈਕਸਟ ਕਾਲ ਆਉਂਦੀ ਹੈ। ਹੈਲੋ। ਹਾਂਜੀ, ਮੈਂ ਬੋਲ ਰਿਹਾ ਜੀ। ਮੈਂ ਹਾਂਜੀ ਹਾਂਜੀ, ਤੁਸੀਂ ਬੋਲੋ ਜੀ। ਮੈਂ ਕਿ ਸਤਪਾਲ ਜੋਲ ਸਾਹਿਬ ਬੇਨਤੀ ਹੈ ਜੀ ਕਿ ਆਪਣੇ ਮੇਰੇ ਦੋਸਤ ਹੈਗੇ 5-6 ਟੈਕਸਟ ਮੈਸੇਜ ਆਏ ਆ, ਫੋਨ ਵੀ ਆਏ ਆ, ਉਹ ਮੈਨੂੰ ਪੁੱਛ ਰਹੇ ਹੈਗੇ ਆ ਕਿ ਜਿਹੜੀ 10% ਜਿਹੜੀ ਇਨਕਰੀਜ਼ ਕਰਨੀ OS ਉਹ ਕੋਵਿਡ ਦੇ ਉੱਤੇ ਹੈ ਕਿ ਜਿਹੜੀ ਬੇਸਿਕ ਪੇ ਦੇ ਉੱਤੇ ਹੈ, ਬੇਸਿਕ ਪੈਨਸ਼ਨ ਤੇ ਜਿਹੜੀ OS ਹੈਗੀ, ਇਹ ਦੱਸਣਾ ਕੋਸ਼ਿਸ਼ ਕਰਨੀ। ਇਹ ਕਨਫਿਊਜ਼ਨ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਿਹੜੀ 10% ਮਿਲਣਾ OS ਤੇ ਪੂਰੀ ਜਿਹੜੀ ਅਮਾਊਂਟ ਮਿਲਦੀ ਮਹੀਨੇ ਦੀ ਉੱਤੇ ਮਿਲਣਾ, ਜਿਹੜਾ ਹੈਗਾ ਆਪਣੇ ਜਿਹੜੀ ਅਸੀਂ ਬੇਸਿਕ ਪੈਨਸ਼ਨ ਹੈਗੀ ਉੱਤੇ ਮਿਲਣਾ। ਹਾਂਜੀ ਠੀਕ ਹੈ ਜੀ, ਬਹੁਤ ਮਿਹਰਬਾਨੀ ਮਾਸਟਰ ਜੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ ਜੀ। ਮੇਰੇ ਖਿਆਲ ਤੁਹਾਨੂੰ ਬੇਨਤੀ ਕੀਤੀ ਜਦੋਂ ਫੋਨ ਕਰ ਲਓ ਨਾ, ਫੋਨ ਤੁਹਾਡਾ ਮਿਲ ਜਾਓ, ਫਿਰ ਰੇਡੀਓ ਜ਼ਰੂਰ ਪਹਿਲਾਂ ਹੀ ਆਪੇ ਬੰਦ ਕਰ ਲਿਆ ਕਰੋ ਜੀ। ਤੁਸੀਂ ਤਾਂ ਵੱਡੇ ਹੋ, ਮਾਸਟਰ ਹੋ, ਟੀਚਰ ਹੋ, ਤੁਸੀਂ ਸਾਨੂੰ ਸਿਖਾਉਣਾ, ਅਸੀਂ ਤੁਹਾਨੂੰ ਕੀ ਸਿਖਾ ਸਕਦੇ ਹਾਂ ਜੀ। ਅੱਛਾ, ਇਹਦੀ ਬੇਸਿਕ ਤੇ ਆ ਤੁਹਾਡਾ ਕਹ ਲਓ ਕਿ ਸਿੰਪਲ 2 ਹਰਫੀ ਜਵਾਬ ਇਹ ਆ ਇਸ ਤਰ੍ਹਾਂ ਦੀ ਕਿ 75 ਪਲੱਸ ਵਾਲੇ ਲੋਕਾਂ ਦੇ ਵਾਸਤੇ ਜਿਹੜਾ ਇਹ ਬਜਟ ਦੇ ਵਿੱਚ ਆਇਆ ਨਾ, ਉਹ AS ਦੀ ਇਨਕਰੀਜ਼ 올ਡ ਏਜ ਸਿਕਿਉਰਿਟੀ ਦੇ ਵਿੱਚ ਜੀ, ਉਹ ਤੁਹਾਡੀ ਬੇਸਿਕ ਤੇ ਆ। ਤੇ ਬਾਕੀ ਕਰੋਨਾ ਦਾ ਬੈਨੀਫਿਟ ਆਪਾਂ ਕਿੰਨੇ ਮੈਂ MP ਸਾਹਿਬਾਨਾਂ ਨਾਲ ਗੱਲ ਕੀਤੀ ਆ ਕਿ ਜੀ ਕਿਸੇ ਨੂੰ ਤੁਸੀਂ 200 ਦੇ ਦਿੱਤਾ, ਕਿਸੇ ਨੂੰ ਤੁਸੀਂ ਸੀਨੀਅਰ ਨੂੰ 300 ਦੇ ਦਿੱਤਾ, ਕਿਸੇ ਖੁਸ਼ਕਿਸਮਤ ਨੂੰ ਚਲੋ ਦੋਨੇ ਹੀ 200-300 ਰਲਾ ਕੇ 500 ਮਿਲ ਗਏ, ਇਸ ਤੋਂ ਵੱਧ ਨਹੀਂ ਕਿਸੇ ਨੂੰ ਕੁਛ ਮਿਲਿਆ। ਤੇ ਵੀ ਸੀਨੀਅਰ ਵਿਚਾਰੇ ਮਹਿਸੂਸ ਕਰਦੇ ਆ ਵੀ ਜਿੱਥੇ ਲੋਕਾਂ ਨੂੰ ਵੀ 2-2000 ਤੁਸੀਂ ਪਰ ਮੰਥ ਦੇ ਰਹੇ ਹੋ ਤੇ ਉਹਨਾਂ ਨੂੰ ਨਹੀਂ ਇੰਨਾ ਕੁਛ ਦਿੱਤਾ। ਉਹਨਾਂ ਦਾ ਜਵਾਬ ਅੱਗੋਂ ਇਹ ਆ ਕਿ ਜਿਹੜਾ ਇਹ ਕਰੋਨਾ ਵਾਇਰਸ ਦੇ ਬੈਨੀਫਿਟ ਆ, ਇਹਨਾਂ ਦਾ ਮਕਸਦ ਸੀ ਉਹਨਾਂ ਲੋਕਾਂ ਦੀ ਸਪੋਰਟ ਕਰਨਾ ਜਿਨ੍ਹਾਂ ਦੀ ਇਨਕਮ ਕਰੋਨਾ ਵਾਇਰਸ ਕਰਕੇ ਬੰਦ ਹੋ ਗਈ। ਜਿਹੜੇ ਪੈਨਸ਼ਨਰਸ ਸੀਗੇ, ਭਾਵੇਂ ਉਹ ਸੀਨੀਅਰਸ ਹੈਗੇ ਆ, ਭਾਵੇਂ ਜਾਂ ਡਿਸੇਬਿਲਿਟੀ ਦੇ ਕਿਸੇ ਬੈਨੀਫਿਟ ਤੇ ਆ, ਤੇ ਉਹਨਾਂ ਨੂੰ ਜਿੱਦਾਂ ਪੈਨਸ਼ਨ ਪਹਿਲਾਂ ਮਿਲ ਰਹੀ ਸੀ ਕਰੋਨਾ ਵਾਇਰਸ ਤੋਂ, ਉਦਾਂ ਹੀ ਰੈਗੂਲਰਲੀ ਉਹਨਾਂ ਨੂੰ ਔਰ ਜਿਹੜੀ ਇਹ ਟ੍ਰਾਂਸਫਰ ਹੋ ਰਹੀ ਆ। ਸੋ ਇਸ ਤੇ ਹੈ ਹੋਮ ਆਰਡਰ ਜਾਂ ਲਾਕਡਾਊਨ ਵਗੈਰਾ ਕਰਕੇ ਖਰਚੇ ਘਟੇ ਹੀ ਆ। ਸੋ ਕਈ ਲੀਡਰਾਂ ਨੇ ਸਾਨੂੰ ਇਹ ਵੀ ਦੱਸਿਆ ਵੀ ਖਰਚੇ ਘਟੇ ਹੀ ਆ, ਵਧੇ ਨਹੀਂ, ਕਿਉਂਕਿ ਲੋਕ ਤੇ ਘਰਾਂ 'ਚ ਹੀ ਬੈਠੇ ਆ। ਸੋ ਇਸ ਕਰਕੇ ਵੀ ਇਹ ਸੀਨੀਅਰਸ ਨੂੰ ਜਾਣੀ ਜਿਹੜਾ ਐਕਸਟਰਾ ਕੋਈ ਫੈਡਰਲ ਗਵਰਨਮੈਂਟ ਦਾ ਬੈਨੀਫਿਟ ਹੈ ਜਾਣੀ ਹੋਰ ਤਾਂ ਨਹੀਂ ਕੰਸੀਡਰ ਕੀਤਾ ਗਿਆ ਕਿ ਪੈਨਸ਼ਨ ਉਹਨਾਂ ਦੀ ਕਹਿ ਲਓ ਕਿ ਕੋਵਿਡ ਕਰਕੇ ਇਨਕਮ ਦੇ ਵਿੱਚ ਕੋਈ ਰੁਕਾਵਟ ਜਿਹੜੀ ਉਹ ਨਹੀਂ ਪਈ।
905 813 1320 905 813 1320 905 813 1320 ਕਾਲਰਸ ਨੂੰ ਬੇਨਤੀ ਹੈ ਜੀ ਕਿ ਹੋਲਡ ਕਰ ਲੈ ਕੋਲੋ ਲਾਈਨ ਐਂਡ ਜਦੋਂ ਸਾਡੀ ਇਹ ਸਮਾਪਤੀ ਹੁੰਦੀ ਹੈ ਫਿਰ ਤੁਹਾਨੂੰ ਲਾਈਨ ਤੇ ਆਪਾਂ ਰਾਈਟ ਵੇ ਲੈ ਕੇ ਆਵਾਂਗੇ ਜੀ 905 813 1320 ਤੇ ਕਾਲ ਕੀਤੀ ਜਾ ਸਕਦੀ ਹੈ। ਜੋਲ ਸਾਹਿਬ ਅੱਜ ਵੇਅਰ ਡੂ ਵੀ ਸਟੈਂਡ ਇਨ ਦਿਸ ਪੈਂਡੈਮਿਕ ਡੂ ਯੂ ਥਿੰਕ ਕਿ ਲੱਗਦਾ ਕਿ ਸਾਲ ਲੱਗ ਜਾਏਗਾ ਹੋਰ? ਦੇਖੋ ਜੀ ਵੀ ਆਪਣੇ ਇੱਥੇ ਹੁਣ ਦੇਖਿਆ ਜਾਵੇ ਤੇ ਇੰਗਲੈਂਡ ਤੋਂ ਬੜੀ ਅੱਜ ਪੋਜ਼ਿਟਿਵ ਨਿਊਜ਼ ਆਈ ਸੀ ਕਿ ਉਹਨਾਂ ਨੇ ਨਾ 66 ਮਿਲੀਅਨ ਲੋਕ ਉੱਥੇ ਰਹਿੰਦੇ ਆ ਤੇ ਅੱਧੀ ਆਪਣੀ ਜਿਹੜੀ ਕੱਲ 50% ਪਾਪੂਲੇਸ਼ਨ ਆਪਣੀ 33 ਮਿਲੀਅਨ ਪਲੱਸ ਲੋਕਾਂ ਨੂੰ ਆਲਰੇਡੀ ਜਿਹੜਾ ਜੀ ਵੈਕਸੀਨੇਟ ਕਰ ਦਿੱਤਾ ਜਾਂ ਐਟਲੀਸਟ ਉਹਨਾਂ ਨੂੰ ਇੱਕ ਡੋਜ਼ ਜਿਹੜੀ ਆ ਉਹਨਾਂ ਨੇ ਦੇ ਦਿੱਤੀ ਆ, ਹਨਾ, ਇੱਕ ਡੋਜ਼ ਜਿਹੜੀ ਦੇ ਦਿੱਤੀ ਆ। ਹੁਣ ਦੇਖਿਆ ਜਾਵੇ ਤੇ ਵੀ ਸਾਡੇ ਇੱਥੇ ਪਾਪੂਲੇਸ਼ਨ ਇੰਗਲੈਂਡ ਨਾਲੋਂ ਅੱਧੀ ਆ 30 ਮਿਲੀਅਨ ਆ, ਹਨਾ, ਤੇ ਅਸੀਂ ਲੇਕਿਨ ਕਿ ਆਪਣੀ ਪਾਪੂਲੇਸ਼ਨ ਨੂੰ ਅਜੇ 1/4 ਨੂੰ ਕਹਿ ਲਓ 25% ਨੂੰ ਹੀ ਵੈਕਸੀਨੇਟ ਕਰਨ ਦੇ ਵਿੱਚ ਕਾਮਯਾਬ ਹੋਏ ਆ। ਪਰ ਹੁਣ ਇਹ ਜਿਉਂ ਹੀ ਆਪਾਂ ਦੇਖਣਾ ਵੀ ਮਈ ਮਹੀਨਾ ਵੀ ਆ ਜਾਣਾ, ਅਪ੍ਰੈਲ ਦੇ ਵਿੱਚ ਮਾਰਚ ਨਾਲੋਂ ਵੱਧ ਲੋਕ ਵੈਕਸੀਨੇਟ ਕੀਤੇ ਜਾ ਚੁੱਕੇ ਆ ਤੇ ਇੱਦਾਂ ਹੀ ਜਾਣੀ ਕਿ ਹੁਣ ਮਈ ਦੇ ਵਿੱਚ ਜਿਹੜਾ ਜੀ 2 ਮਿਲੀਅਨ ਜਿਹੜੀਆਂ ਹਰ ਹਫ਼ਤੇ ਸਾਨੂੰ ਡੋਜ਼ਸ ਫਾਈਜ਼ਰ ਦੀਆਂ ਮਿਲਣੀਆਂ ਉਹ ਫਿਰ ਜੰਗੀ ਪੱਧਰ ਤੇ ਵੈਕਸੀਨੇਸ਼ਨ ਦੇ ਇਸ ਕੰਪੇਨ ਦੇ ਵਿੱਚ ਲੋਕਾਂ ਨੂੰ ਲੱਗਣੀਆਂ ਵੀ ਆ। ਸੋ ਜੂਨ ਤੱਕ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਹੋਇਆ ਕਿ ਸਾਰੇ ਜਿਹੜੇ ਸਾਡੇ ਇੱਥੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਆਪਰਚੁਨਿਟੀ ਮਿਲੇਗੀ ਜੇ ਉਹ ਵੈਕਸੀਨੇਸ਼ਨ ਜਿਹੜਾ ਉਹ ਕਰਾਉਣਾ ਚਾਹੁਣਗੇ ਤੇ ਉਹਨਾਂ ਨੂੰ ਜਿਹੜਾ ਹੋ ਜਾਏਗਾ। ਸੋ ਉਸ ਲਿਹਾਜ਼ ਨਾਲ ਹੁਣ ਫਿਊਚਰ ਦੇ ਵਿੱਚ ਅਮਰੀਕਾ ਦੇ ਵਿੱਚ ਕੱਲ ਮੇਰੀ ਗੱਲ ਹੋ ਰਹੀ ਸੀ ਕੁਝ ਟਰੱਕ ਡਰਾਈਵਰਸ ਭੈਣ ਭਰਾਵਾਂ ਦੇ ਨਾਲ, ਕਹਿ ਰਹੇ ਜੀ ਕਿ ਉੱਥੇ ਅਸੀਂ ਜਾਂਦੇ ਹਾਂ ਦੂਰ ਦਰਾਡੇ ਟਰੱਕ ਲੈ ਕੇ ਤੇ ਕੋਈ ਉੱਥੇ ਪ੍ਰੋਬਲਮ ਨਹੀਂ ਨਜ਼ਰ ਆ ਰਹੀ, ਸਭ ਕੁਝ ਖੁੱਲਾ ਨੋਰਮਲ ਲੱਗ ਰਿਹਾ। ਸੋ ਉੱਥੇ ਆਲਮੋਸਟ ਜੇ ਉਹ 50% ਕਹਿ ਲਓ ਕਿ ਆਪਣੀ ਪਾਪੂਲੇਸ਼ਨ ਵੈਕਸੀਨੇਟ ਕਰ ਚੁੱਕੇ ਆ ਤੇ ਹਾਲਾਤ ਕਾਫੀ ਉੱਥੇ ਕਾਫੀ ਕੁਝ ਰੀਓਪਨ ਹੋ ਚੁੱਕਾ। ਸਾਡੇ ਇੱਥੇ ਜਿਹੜਾ ਜੂਨ ਤੱਕ ਲੱਗ ਰਿਹਾ ਕਿ ਸਿਚੁਏਸ਼ਨ ਕਾਫੀ ਡਿਫਰੈਂਟ ਹੋਏਗੀ ਉਦੋਂ ਤੱਕ ਲੇਕਿਨ ਕਿ ਜਿਹੜਾ ਇਹ ਵੈਕਸੀਨੇਸ਼ਨ ਹੋਣਾ ਜ਼ਰੂਰੀ ਹੈ। ਲਾਸਟ 2 ਕਾਲਸ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਵਤਾਰ ਚੀਮਾ ਬੋਲਦਾ ਜੀ ਮੈਂ। ਜੀ ਚੀਮਾ ਸਾਹਿਬ। ਹਾਂਜੀ ਜੋਲ ਸਾਹਿਬ ਦਾ ਬਹੁਤ ਵਧੀਆ ਕਰਦੇ ਆ ਜੀ, ਇਹਨਾਂ ਦਾ ਜਵਾਬ ਨਹੀਂ ਕੋਈ, ਬਹੁਤ ਵਧੀਆ ਔਰ ਸਾਫ ਸੁਥਰਾ ਇਨਫੋਰਮੇਸ਼ਨ ਦਿੰਦੇ ਨੇ ਜੀ। ਮੈਂ ਪੁੱਛਣਾ 30+ ਤੋਂ ਵੀ ਕਹਿੰਦੇ ਲੱਗਣ ਲੱਗੇ ਜੀ, ਠੀਕ ਆ? ਹਾਂ ਬਿਲਕੁਲ ਤੁਹਾਡੀ ਠੀਕ ਹੈ। ਉਹ ਨਾ ਐਸਟਰਾਜ਼ੈਨੇਕਾ ਚ ਉਹਨਾਂ ਨੇ ਥੋੜਾ ਜਿਹਾ ਚੇਂਜਸ ਕੀਤੀਆਂ। ਸਾਡੇ ਇੱਥੇ ਜਿਹੜੀ ਇਮਿਊਨਾਈਜੇਸ਼ਨ ਦੀ ਜਿਹੜੀ ਨੈਸ਼ਨਲ ਕਮੇਟੀ ਆ ਨਾ ਨਾਕੀ, ਹਾਂਜੀ, ਉਹਨਾਂ ਨੇ ਪਹਿਲਾਂ ਤੇ ਹੁਣ ਕਹਿੰਦੇ ਸੀ ਵੀ 55+ ਨੂੰ ਲਾਉਣਾ ਜੀ, ਮੁੜ ਕੇ ਫਿਰ ਉਹਨੇ ਹੁਣ ਜਾਣੀ ਦੁਬਾਰਾ ਫਿਰ ਇੱਕ ਰਿਵਿਊ ਕਰ ਲਿਆ ਕਿਉਂਕਿ ਐਸਟਰਾਜ਼ੈਨੇਕਾ ਤੇ ਥੋੜੀ ਜਿਹੀ ਕਨਫਿਊਜ਼ਨ ਚੱਲ ਰਹੀ ਆ ਤੇ ਹੁਣ ਕਹਿੰਦੇ ਜੀ ਵੀ 30+ ਨੂੰ ਲਾ ਸਕਦੇ ਹੋ, ਸੇਫ ਆ, ਕੋਈ ਐਸੀ ਗੱਲ ਨਹੀਂ। ਸੋ ਬਾਕੀ ਡਾਕਟਰਸ ਵੀ ਇਹੀ ਕਹਿੰਦੇ, ਐਕਸਪਰਟਸ ਵੀ ਇਹੀ ਕਹਿੰਦੇ ਆ ਕਿ ਦਵਾਈ ਕੋਈ ਵੀ ਹੋਵੇ, ਵੈਕਸੀਨ ਕੋਈ ਵੀ ਹੋਵੇ, ਐਸਟਰਾਜ਼ੈਨੇਕਾ ਭਾਵੇਂ ਫਾਈਜ਼ਰ ਭਾਵੇਂ ਮੋਡਰਨਾ ਜਾਂ ਕੋਈ ਹੋਰ ਜਿਹੜੀ ਅਪਰੂਵ ਕਰਤੀ ਹੈਲਥ ਕੈਨੇਡਾ ਨੇ ਉਹ ਲੋਕਾਂ ਵਾਸਤੇ ਇੱਕੋ ਜਿਹੀ ਸੇਫ ਹੈ। ਉਸ ਤੋਂ ਕਿਸੇ ਤਰ੍ਹਾਂ ਦੇ ਡਰ ਡਰਾਵੇ ਦੀ ਲੋੜ ਨਹੀਂ। ਆਪਾਂ ਦੇਖਿਆ ਵੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਉਹ ਲਵਾ ਲਈ ਹੈ, ਉਹਨਾਂ ਦੀ ਘਰ ਵਾਲੀ ਵਾਈਫ ਨੇ ਵੀ ਲਵਾ ਲਈ ਹੈ, ਬਾਕੀ ਇੱਥੇ ਨੱਬੀ ਬੈਂਸ ਉਹਨਾਂ ਨੇ ਵੀ ਲਵਾਈ ਹੈ, ਰੂਬੀ ਸੋਤਾ ਉਹਨਾਂ ਨੇ ਵੀ। ਬਰੈਂਪਟਨ ਦੇ ਮੇਅਰ ਜਦੋਂ ਮੇਰੀ ਗੱਲ ਹੋਈ ਸੀ ਪੈਟਰਿਕ ਬਰਾਊਨ ਉਹਨਾਂ ਨਾਲ, ਉਦੋਂ ਥੋੜੇ ਜਿਹੇ ਘਬਰਾਏ ਸੀ, ਡਰਦੇ ਸੀ ਵੀ ਇਹਦੀ ਐਫੀਕੇਸੀ ਤੋਂ। ਉਹਨਾਂ ਨੇ ਕਿੰਤੂ ਪਰੰਤੂ ਕੀਤਾ, ਪਰ ਫਿਰ ਉਹਨਾਂ ਨੇ ਵੀ ਜਾਣੀ ਪਿਛਲੇ ਹਫ਼ਤੇ ਜਿਹੜਾ ਇੱਥੇ ਬਰੈਂਪਟਨ ਦੇ ਵਿੱਚ ਆਪਣਾ ਐਸਟਰਾਜ਼ੈਨੇਕਾ ਦਾ ਟੀਕਾ ਲਵਾਇਆ। ਸੋ ਇਸੇ ਤਰ੍ਹਾਂ ਸਾਡੇ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਆ, ਹੈਲਥ ਮਿਨਿਸਟਰ ਆ, ਕਹਿੰਦਾ ਇਹ ਲੀਡਰਸ਼ਿਪ ਇੱਕ ਰੋਲ ਮਾਡਲ ਦੇ ਤੌਰ ਤੇ ਪੇਸ਼ ਹੋ ਰਿਹਾ ਵੀ ਆਪਣੇ ਆਪ ਨੂੰ ਟੀਕਾ ਲਵਾ ਕੇ ਤਾਂ ਕਿ ਲੋਕਾਂ ਦੇ ਵਿੱਚ ਇਹਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਬੈਟਰ ਹੋ ਸਕੇ। ਬਾਕੀ 30+ ਨੂੰ ਅਪਰੂਵ ਜ਼ਰੂਰ ਕੀਤਾ, ਪਰ ਸਾਡੇ ਓਨਟਾਰੀਓ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਅਜੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਇਹ ਵੈਕਸੀਨ ਦੇਣੀਆਂ ਜਾਰੀ ਰੱਖਾਂਗੇ ਕਿਉਂਕਿ ਸਾਡੇ ਕੋਲ ਅਜੇ ਸਪਲਾਈ ਹੈ ਨਹੀਂ ਜੀ। ਨੈਕਸਟ ਕਾਲ ਆਨ ਦੀ 에ਅਰ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮੈਂ ਜੋਲ ਸਾਹਿਬ ਜੀ ਨਾਲ ਇੱਕ ਜਿੱਦਾਂ ਗੱਲ ਕਰਨੀ ਚਾਹੁੰਦਾ ਸੀ ਕਿ ਜਿੱਦਾਂ ਸਮਾਜਿਕ ਭਲਾਈ ਦੇ ਕੰਮ ਕਰਦੇ ਆ ਜੀ, ਇਸ ਟਾਈਮ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਬਰਨਿੰਗ ਇਸ਼ੂ ਬਣਿਆ ਹੋਇਆ ਜਿਹੜਾ ਡਰੱਗ ਦੇ ਵਿੱਚ ਇੰਨਾ ਕੁਛ ਆਪਣੇ ਪੰਜਾਬੀਆਂ ਦੇ ਨਾਮ ਆ ਰਹੇ ਆ। ਹੁਣ ਜਿੰਨਾ ਆਪਣੇ ਬਰੈਂਪਟਨ ਦੇ ਵਿੱਚ ਆ ਜੋ ਆ ਆਪਣੇ GTA ਦੇ ਵਿੱਚ ਇੰਨੇ ਜਾਣੇ ਫੜੇ ਗਏ, ਉਹਨਾਂ ਵਿੱਚ ਕੁੜੀਆਂ ਦੇ ਵੀ ਨਾਂ ਆਉਣੇ ਸ਼ੁਰੂ ਹੋ ਗਏ ਆ ਜੀ। ਕਿ ਜਦੋਂ ਤਾਂ ਸੱਜਣ ਸਿੰਘ ਸਾਡੇ ਬਣਿਆ ਸੀ ਇੱਥੇ ਡਿਫੈਂਸ ਮਿਨਿਸਟਰ, ਉਹ ਤਾਂ ਸਾਰੇ ਪਾਸੇ ਕਹਿੰਦੇ ਸਾਨੂੰ ਪੰਜਾਬੀ ਹੋਣ ਤੇ ਮਾਣ ਆ, ਸਿੱਖ ਹੋਣ ਤੇ ਮਾਣ ਆ ਨਾ, ਪਰ ਉਹ ਚੀਜ਼ ਨੂੰ ਜਿਹੜਾ ਹੁਣ ਬਰਨਿੰਗ ਇਸ਼ੂ ਚੱਲ ਰਿਹਾ ਆ ਕਿ ਇਹਦੇ ਵਿੱਚ ਮੁੰਡੇ ਵੀ ਇਨਵੋਲਵ ਹੋਏ, ਕੁੜੀਆਂ ਵੀ ਹੋ ਰਹੀਆਂ ਆ, ਇਹ ਚੀਜ਼ ਦੇ ਉੱਤੇ ਵਰਕਆਊਟ ਕਰਨ ਦੀ ਲੋੜ ਆ। ਕਿ ਮੈਂ ਜੋਲ ਭਾਈ ਨੂੰ ਕਹਿੰਦਾ ਕਿ ਜੇਕਰ ਇਸ ਦੇ ਵਿੱਚ ਏਦਾਂ ਕਮਿਊਨਿਟੀ ਦੀ ਸਪੋਰਟ ਲੈ ਕੇ ਕੁਛ ਕੀਤਾ ਜਾਵੇ, ਕਿਉਂਕਿ ਕਈ ਨਜਾਇਜ਼ ਫੜ ਹੋ ਰਹੇ ਆ, ਬਾਰਡਰਸ ਤੇ ਫੜ ਹੋ ਰਹੇ ਆ, ਹੁਣ ਇੱਥੇ ਸਟੂਡੈਂਟਸ ਵੀ ਇਹਦੇ ਵਿੱਚ ਇਨਵੋਲਵ ਹੋਣੇ ਸ਼ੁਰੂ ਹੋ ਚੁੱਕੇ ਆ ਜੀ। ਤੇ ਇਸ ਤੇ ਕੰਮ ਕਰਨ ਦੀ ਥੋੜੀ ਜਿਹੀ ਲੋੜ ਆ, ਮੈਂ ਇਹਨਾਂ ਦੇ ਨੋਟਿਸ 'ਚ ਚੀਜ਼ ਲਿਆਉਣੀ ਸੀ। ਥੈਂਕ ਯੂ ਜੀ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਜੀ। ਮਿਹਰਬਾਨੀ, ਬਹੁਤ ਧੰਨਵਾਦ। ਇਹਨਾਂ ਦਾ ਅੱਛਾ ਸੁਝਾਅ। ਪਰ ਦੂਸਰੇ ਪਾਸੇ ਇਹ ਦੱਸ ਦਈਏ ਵੀ ਹਰ ਇੱਕ
ਜਿਹੜਾ ਵੀ ਕੋਈ ਲੜਕਾ ਆ ਜਾਂ ਲੜਕੀ ਆ ਵੀ ਨੌਜਵਾਨ ਹੈ, ਸਟੂਡੈਂਟ ਬਣ ਕੇ ਆਏ ਜਾਂ ਚਲੋ ਕਿ ਉਹਨਾਂ ਨੂੰ PR ਪਲੇਟ 'ਚ ਪਰੋਸ ਕੇ ਮਿਲ ਗਈ ਵੀ ਘਰਦਿਆਂ ਦੇ ਨਾਲ ਜਹਾਜ਼ 'ਚ ਬਹਿ ਕੇ ਨਵੇਂ ਕੱਪੜੇ ਪਾ ਕੇ ਆ ਹੀ ਗਏ, ਇੱਥੇ ਪਹੁੰਚ ਗਏ। ਜਾਣੀ ਕਿ ਜ਼ਿਆਦਾ ਨਖਰਾ ਵੀ ਉਹਨਾਂ ਦਾ ਹੀ ਮੈਂ ਦੇਖਿਆ ਵੀ ਜਿਹੜੇ ਲੋਕ ਪਲੇਟ 'ਚ ਪਰੋਸੀ PR ਜਿਹਨਾਂ ਨੂੰ ਮਿਲਦੀ ਨਾ ਅਰਸ਼ ਹਨਾ ਤੇ ਜਹਾਜ਼ 'ਚ ਬਹਿ ਕੇ ਆ ਜਾਣਾ ਤੇ ਉਹਨਾਂ ਨੂੰ ਫਿਰ ਉਹਦੀ ਕਦਰ ਨਹੀਂ ਹੁੰਦੀ। ਮੈਂ ਦੇਖਦਾ ਇੱਥੇ ਜੇਲ੍ਹਾਂ ਦੇ ਵਿੱਚ ਜਾਣੀ ਕਿ ਉਹ ਲੋਕ ਹਨਾ ਇੱਥੇ ਆ ਕੇ ਕਿੰਨੇ ਫਿਰ ਉਹ ਜਾਣੀ ਕਿ ਉਹ ਪੱਧਰ ਤਰ੍ਹਾਂ ਦੇ ਤੇ ਵੀ ਆਪੇ ਤੋਂ ਬਾਹਰ ਹਨਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੱਦਿਆ ਜਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਦੇ ਨਾਲ ਜਹਾਜ਼ 'ਚ ਬਹਿ ਕੇ ਇਹ ਆਏ ਜਾਂ ਆਈਆਂ ਹੁੰਦੇ ਆ ਇੱਥੇ ਆ ਕੇ ਕਈ ਵਾਰੀ ਉਹਨਾਂ ਨੂੰ ਬਹੁਤ ਜ਼ਿਆਦਾ ਖੰਭ ਲੱਗਦੇ। ਇਹ ਸਾਨੂੰ ਆਮ ਐਗਜ਼ਾਮਪਲਸ ਮਿਲਦੀਆਂ। ਪਰ ਦੂਸਰੇ ਪਾਸੇ ਇਹ ਆ ਜੀ ਗੱਲ ਸਿੰਪਲ ਆ, ਸੰਸਾਰ ਸਾਰਾ ਇਹ ਧਰਤੀ ਦੇ 4 ਚੱਕਰ ਲਾ ਕੇ ਕੋਈ ਜਗ੍ਹਾ ਐਸੀ ਛੱਡੀ ਨਹੀਂ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਇਸ ਦੁਨੀਆ 'ਚ ਤੇ ਮੈਂ ਗਿਆ ਨਾ ਹੋਵਾਂ। ਠੀਕ ਹੈ, ਇਹ ਉਮਰ ਗਰੁੱਪ ਸਾਰੇ ਅਸੀਂ ਵੀ ਦੇਖਿਆ, ਉਹਦੇ ਵਿੱਚੋਂ ਗੁਜ਼ਰੇ ਆ। ਸੋ ਜਿਹੜਾ ਵਿਅਕਤੀ ਉਹ ਆਪਣਾ ਸਮਾਂ ਯਾਦ ਰੱਖਦਾ ਹੈ ਤੇ ਮੈਂ ਅੰਬੈਸੀਆਂ ਦੇ ਵਿੱਚ ਲਾਈਨਾਂ 'ਚ ਕਾਹਦੇ ਵਾਸਤੇ ਲੱਗ ਰਿਹਾ ਸੀ, ਮੈਂ ਤਨ ਤੇ ਨਵੇਂ ਕੱਪੜੇ ਪਾ ਕੇ ਟੈਚੀਆਂ 'ਚ ਨਵੇਂ ਕੱਪੜੇ ਭਰ ਕੇ ਤੁਰਿਆ ਜਾਂ ਤੁਰੀ ਕਿਹੜੇ ਕੰਮ ਸੀ। ਠੀਕ ਹੈ, ਇਹਨੂੰ ਆਪਣੀ ਉਹ ਮੈਂਟਲ ਅਵਸਥਾ ਉਸ ਸਮੇਂ ਦੀ ਯਾਦ ਰਹਿੰਦੀ ਹੈ ਨਾ। ਇੱਥੇ ਆ ਕੇ ਉਹ ਤਾਂ ਨਹੀਂ ਇਹਨਾਂ ਰਾਵਾਂ ਤੇ ਤੁਰੂ ਕੋਈ ਵੀ। ਠੀਕ ਹੈ ਜੀ, ਤੇ ਜਿਹੜੇ ਲੇਕਿਨ ਕਿ ਹਾਲਾਤ ਵਿਗੜਦੇ ਜਾਂ ਕਹ ਲਓ ਕਿ ਹਾਲਾਤ ਬਦਲਦੇ, ਸਾਰੇ ਲੋਕਾਂ ਦੀ ਮਾਨਸਿਕਤਾ ਵੀ ਨਾਲ ਚੇਂਜ ਹੁੰਦੀ ਆ। ਅਸੀਂ ਇੰਨੇ ਕਈ ਵਾਰੀ ਸੈਲਫਿਸ਼ ਖੁਦਗਰਜ਼ ਹੋ ਜਾਂਦੇ ਹਾਂ, ਉਹਨਾਂ ਦੀ ਤੇ ਫਿਰ ਗੱਲ ਹੀ ਵੱਖਰੀ ਆ ਨਾ। ਸੋ ਇਹੋ ਜਿੰਨੇ ਵੀ ਹੁਣ ਆਪਾਂ ਦੇਖਦੇ ਹਾਂ ਵੀ ਟੋਰੰਟੋ ਤੋਂ ਬਾਅਦ, ਬਰੈਂਪਟਨ ਤੋਂ ਬਾਅਦ ਜਿਉਂ-ਜਿਉਂ ਪਾਪੂਲੇਸ਼ਨ ਅੱਗੇ ਜਾ ਰਹੀ ਆ, ਕੈਲੇਡਨ, ਔਰੰਜਵਿਲ, ਤੁਸੀਂ ਜਾਓ ਔਰੰਜਵਿਲ ਕੋਰਟ ਦੇਖੋ, ਉੱਥੇ ਕਚਹਿਰੀ ਦੇ ਵਿੱਚ ਕਿਹੋ ਜਿਹਾ ਮੇਲਾ ਲੱਗਾ ਹੋਇਆ, ਕਿੰਨੇ ਕੁ ਪੰਜਾਬੀ ਤੇ ਪੰਜਾਬਣਾ ਲਾਈਨਾਂ ਬਣਾ ਕੇ ਤਰੀਕਾਂ ਭੁਗਤਣ ਤੁਰੇ ਹੋਏ ਨੇ, ਤੁਰੀਆਂ ਹੋਈਆਂ ਨੇ। ਸੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਵੀ ਲੋਕ ਕਿੰਨੀ ਛੇਤੀ ਭੁੱਲਦੇ ਆ, ਕਿੰਨੀ ਛੇਤੀ ਭੁੱਲਦੀਆਂ ਆ ਤੇ ਅਸੀਂ ਤੁਰੇ ਕਿਹੜੇ ਕੰਮ ਕਿੱਥੋਂ ਆਏ ਸੀ। ਬਿਲਕੁਲ ਕਰ ਕਿਹੜੇ ਕੰਮ ਰਹੇ ਆ। ਲਾਸਟ ਕਾਲ ਆਫ ਦੀ ਇਵਨਿੰਗ ਫਿਰ ਵਾਈਂਡ ਅਪ ਆਫਟਰਨੂਨ ਸੇ ਵਾਈਂਡ ਅਪ ਕਰਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਰਸ਼ਾ ਵੀਰ ਜੀ, ਜੋ ਵੀਰ ਜੀ ਨਾ ਬਹੁਤ ਵਧੀਆ ਸੁਝਾਅ ਸਟੂਡੈਂਟਾਂ ਨੂੰ ਦਿੰਦੇ ਆ, ਸਾਰੇ ਪਬਲਿਕ ਨੂੰ ਦਿੰਦੇ ਆ, ਬਹੁਤ ਵਧੀਆ, ਬੜੀ ਹੈਲਪ ਕਰਦੇ ਆ ਜੀ। ਕੱਲ ਮੈਂ ਵੀ ਪ੍ਰੋਗਰਾਮ ਸੁਣਿਆ, ਮੈਂ ਵੀ ਬੱਚਿਆਂ ਦਾ ਵੀ ਸੁਣਿਆ। ਜਿੰਨੀ ਵੀ ਹੈਲਪ ਸਟੂਡੈਂਟਾਂ ਦੀ ਕੀਤੀ ਜਾਂਦੀ ਹੈ ਸਾਰੀ ਪਬਲਿਕ ਦੀ ਕਰੋ। ਇਹਨਾਂ ਦੀ ਲੋੜ ਇੰਡੀਆ ਦੇ ਵਿੱਚ ਵੀ ਬਹੁਤ ਹੈ। ਇਹਨਾਂ ਨੂੰ ਕਹੋ ਕਿ ਇੱਥੋਂ ਛੱਡ ਕੇ ਇੰਡੀਆ ਦੇ ਪ੍ਰਧਾਨ ਮੰਤਰੀ ਬਣ ਜਾਣ, ਸਾਰਾ ਜਿਹੜਾ ਭਾਰਤ ਆ ਸਵਾਰ ਕੇ ਰੱਖ ਦੇਣਗੇ। ਇਹ ਜੇ ਬੰਦਿਆਂ ਦੀ ਲੋੜ ਆ, ਤੁਸੀਂ ਹੱਸਿਓ ਨਾ, ਮੈਂ ਤੁਹਾਨੂੰ ਸੱਚ ਕਹਿਣੀ ਆ ਜੀ 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 ਜੀ। ਪਰ ਪਤਾ ਕੀ ਆ, ਪੱਟੀ ਬਣ ਮੈਮ ਪਤਾ ਕੀ ਆ, ਇਹਨਾਂ ਨੂੰ ਦੇਖੋ ਜੀ, ਹਰ ਇੱਕ ਦਾ ਇੱਛਾ ਹੁੰਦੀ ਬਾਹਰ ਜਾਣਾ ਉਹਨਾਂ ਨੇ, ਰਾਈਟ? ਕਿਸੇ ਨੂੰ ਰੋਕ ਤਾਂ ਨਹੀਂ ਸਕਦੇ ਆਪਾਂ। ਪਰ ਤੁਹਾਡਾ ਵੀ ਸੁਝਾਅ ਬਿਲਕੁਲ ਠੀਕ ਹੈ। ਹਾਂਜੀ ਹਾਂਜੀ ਹਾਂਜੀ, ਨਹੀਂ ਚਲੋ ਇੱਥੇ ਵੀ ਆਉਣ, ਉੱਥੇ ਪਰ ਉੱਥੇ ਵੀ ਸਵਾਰ ਨਾ, ਉੱਥੇ ਬੜੇ ਚੰਗੀਆਂ ਇਹੋ ਜਿਹੇ ਚੰਗੀਆਂ ਬੰਦਿਆਂ ਦੀ ਲੋੜ ਆ। ਇਹੋ ਜਿਹੇ ਚੰਗੇ ਬੰਦੇ ਜਿਹੜੇ ਆ 100 ਚੋਂ 1-2 ਹੀ ਹੁੰਦੇ ਆ ਜੀ, ਜ਼ਿਆਦੇ ਨਹੀਂ ਹੁੰਦੇ ਜੀ ਜੀ ਜੀ। ਬੜੀ ਵਧੀਆ ਸੁਝਾਅ। ਮੈਂ ਵੀ ਕੱਲ ਬੜੇ ਫੋਨ ਕਰਦੀ ਰਹੀ ਹਾਂ, ਪਰ ਤੁਸੀਂ ਫੋਨ ਮੇਰੀ ਵਾਰੀ ਨਹੀਂ ਆਈ। ਸਟੂਡੈਂਟਾਂ ਬਾਰੇ ਬਹੁਤ ਇੱਥੇ ਸਟੂਡੈਂਟ ਜਿਹੜੇ ਨਾ ਕਈ ਤੇ ਇੰਨੇ ਬੱਚੇ ਆਏ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕੀ ਕਰਨਾ ਹੈ। ਤੇ ਮੇਰੀ ਬੱਚੀ ਵੀ ਆ, ਉਹ ਵੀ ਸਾਰਿਆਂ ਦੇ ਸਟੂਡੈਂਟਾਂ ਦੇ ਭਰ ਦਿੰਦੀ ਆ। ਉਹਨਾਂ ਨੇ ਵਰਕ ਪਰਮਿਟ ਸਾਰਿਆਂ ਦੇ ਫ੍ਰੀ ਭਰ ਕੇ ਦਿੱਤੇ ਆ। ਚਲੋ ਵੈਰੀ ਗੁੱਡ। ਜਿੰਨੇ ਭਰਾਉਣੇ ਭਰਾ ਲਓ, ਮੈਂ ਫ੍ਰੀ ਕਰਨੇ, ਮੈਂ ਏਦਾਂ ਨਹੀਂ ਕਰਨੀ। ਉਹ ਇੰਨੀ ਹੈਲਪ ਕਰਦੀ ਆ ਨਾ। ਕੱਲ ਸਟੂਡੈਂਟਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲਦੀਆਂ, ਉੱਪਰ ਲਾਈਨਾਂ ਤੇ ਜਾ ਕੇ ਉਹਨੇ ਟਾਈਮ ਖਰਾਬ ਕਰ ਫਿਰ ਉਹਨਾਂ ਨੇ ਅਪਾਇੰਟਮੈਂਟਾਂ ਲੈ ਕੇ ਦਿੱਤੀਆਂ। ਉਹ ਕਹਿੰਦੀ ਉਹਨਾਂ ਦੂਜੀਆਂ ਚੱਕਰਾਂ ਵਿੱਚ ਨਾ ਪਿਓ, ਕਹਿੰਦੀ ਮੰਮੀ ਗਲਤ ਆ, ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਯੈਸ, ਬਿਕਾਜ਼ ਸ਼ੀ ਇਜ਼ ਕੈਨੇਡੀਅਨ ਬੋਰਨ ਐਂਡ ਸ਼ੀ ਨੋਜ਼। ਸ਼ੀ ਇਜ਼ ਕੈਨੇਡੀਅਨ ਬੋਰਨ, ਸ਼ੀ ਇਜ਼ ਟੀਚਰ। ਦੇयर ਯੂ ਗੋ। ਹਾਂ, ਉਹ ਬੜੀ ਹੈਲਪ ਕਰਦੀ ਆ। ਕੱਲ ਵੀ ਉਹਨੇ ਫਿਰ ਇੱਕ ਮੁੰਡੇ ਦੀ ਹੈਲਪ ਕੀਤੀ, ਉਹਨੂੰ ਆਨਲਾਈਨ ਜਾ ਕੇ ਤੇ ਉਹਨੂੰ ਮਿਲਦੀ ਨਹੀਂ ਅਪਾਇੰਟਮੈਂਟ। ਵਕੀਲ ਕਹਿੰਦੇ ਜੋ ਕੱਲ ਤੁਸੀਂ ਬੋਲਿਆ ਨਾ ਜੀ, ਇੰਨੇ ਲੈਂਦੇ ਸਾਰਾ ਕੁਝ ਏਦਾਂ ਹੀ ਹੋ ਰਿਹਾ ਜੀ। ਥੈਂਕ ਯੂ ਸੋ ਮਚ ਜੀ। ਤੁਸੀਂ ਸਾਡੀ ਪ੍ਰੋਗਰਾਮ ਸੁਣ ਕੇ ਥੋੜਾ ਇਹਦੇ ਚ ਅਮਲ ਵੀ ਕੀਤਾ, ਐਂਡ ਤੁਹਾਡੀ ਜੀ ਡਾਟਰ ਹੈ ਉਹ ਹੈਲਪ ਕਰ ਰਹੀ ਹੈ। ਇਹ ਤੋਂ ਵੱਧ ਕੇ ਸੇਵਾ ਕੋਈ, ਆਈ ਥਿੰਕ ਜੋਲ ਸਾਹਿਬ, ਇਟਸ ਸਲੂਟ ਫॉर ਦ ਡਾਟਰ। ਬਿਲਕੁਲ ਜੀ, ਅਸੀਂ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ। ਇਹਨਾਂ ਦੀ ਭੈਣ ਜੀ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ, ਜਿਨ੍ਹਾਂ ਨੇ ਐਸੀ ਲੜਕੀ ਨੂੰ ਇੱਕ ਅੱਛੇ ਪਾਸੇ ਲਗਾਇਆ ਅਕਲ ਦੇ ਕਰਕੇ। ਕਿਉਂਕਿ ਬੱਚਿਆਂ ਨੂੰ ਪੇਰੈਂਟਸ ਕੋਈ ਅਕਲ ਦੀ ਗੱਲ, ਕੋਈ ਵਿਰਾਸਤ ਦੀ ਗੱਲ ਉਹੀ ਦੱਸ ਸਕਦਾ ਜਿਹਨੂੰ ਆਪ ਕੁਝ ਪਤਾ ਹੋਊਗਾ। ਅੱਜ ਕੱਲ੍ਹ ਜੇ ਬੱਚੇ ਜਾਣੀ ਬਾਤੇ ਲੀਹੋਂ ਲੱਥੇ ਹੋਏ ਆ ਜਾਂ ਲੱਥੀਆਂ ਹੋਈਆਂ ਆ, ਉਹਦਾ ਕਾਰਨ ਇੱਕ ਇਹ ਵੀ ਆ ਵੀ ਉਹਨਾਂ ਦੇ ਪੇਰੈਂਟਸ ਹੀ ਜਿਹੜੇ ਆਪਣੇ ਆ ਉਹ ਰੋਲ ਮਾਡਲ ਨਹੀਂ ਬਣ ਸਕੇ, ਹਨਾ। ਜੇ ਵੀ ਘਰਾਂ ਦੇ ਵਿੱਚ ਅਸੀਂ ਸ਼ਰਾਬਾਂ ਦੀਆਂ ਬਾਰਾਂ ਸਜਾ ਕੇ ਬੈਠੇ ਹਾਂ ਜੀ, ਤੇ ਕਿੱਦਾਂ ਫਿਰ ਅਸੀਂ ਆਸਾਂ ਕਰ ਸਕਦੇ ਹਾਂ ਵੀ ਆਪ ਜਾਣੀ ਕਿ ਜਦੋਂ ਸਿੱਧੇ ਪਾਸੇ ਨਹੀਂ ਤੁਰੇ ਤੇ ਬੱਚੇ ਕਿੱਥੋਂ ਤੁਰਨਗੇ। ਤੇ ਲੇਕਿਨ ਕਿ ਇਹਨਾਂ ਨੇ ਕਿਹਾ ਜੀ ਵੀ ਬੱਚਿਆਂ ਨੂੰ ਪਤਾ ਨਹੀਂ ਲੱਗਦਾ। ਮੈਂ ਕਹਿਣਾ ਤੇ ਉਹਨਾਂ ਨੇ ਪਤਾ ਲਾਉਣਾ ਹੋਵੇ ਤੇ ਫਿਰ ਲਾ ਹੀ ਸਕਦੇ ਆ।
ਬਿਲਕੁਲ ਪਤਾ ਨਹੀਂ ਲੱਗਦਾ। ਉਹ ਪਤਾ ਨਹੀਂ ਲੱਗਦਾ ਤੇ ਪੰਜਾਬ ਤੋਂ ਚੱਲ ਕੇ ਟੋਰਾਂਟੋ ਤੱਕ ਕਿੱਦਾਂ ਬੰਦਾ ਪਹੁੰਚ ਗਿਆ। ਸਭ ਕੁਝ ਪਤਾ ਲੱਗ ਗਿਆ ਨਾ ਵੀ ਕਿੱਦਾਂ ਪਹੁੰਚਣਾ, ਪਹੁੰਚ ਵੀ ਗਿਆ, ਪਹੁੰਚ ਵੀ ਗਈ। ਇੱਥੇ ਆ ਕੇ ਕਿੱਦਾਂ ਫਿਰ ਪਤਾ ਲੱਗਣੋਂ ਬੰਦ ਹੋ ਗਿਆ। ਰਾਈਟ। ਕਿਉਂਕਿ ਸਾਡੀ ਸਮਝ ਜਿਹੜੀ ਆ ਉਹ ਤਬੀਅਤ ਦੇ ਵਿੱਚ ਨਰਮਾਈ ਖਤਮ ਹੋ ਗਈ। ਉਹ ਨਰਮਾਈ ਦੇ ਨਾਲ ਅਸੀਂ ਸਥਾਪਿਤ ਲੋਕਾਂ ਕੋਲੋਂ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਜੋ ਸਹਾਇਤਾ ਲੈਣੀ ਸੀ ਉਹ ਅਸੀਂ ਲੈਣੀ ਭੁੱਲ ਗਏ। ਅਸੀਂ ਅਖੜ ਵਤੀਰਾ ਅਖਤਿਆਰ ਕਰ ਲਿਆ ਤੇ ਸਾਨੂੰ ਹੁਣ ਸਭ ਕੁਝ ਪਤਾ ਲੱਗ ਗਿਆ। ਜਹਾਜ਼ ਦੇ ਵਿੱਚੋਂ ਅਸੀਂ ਨਿਕਲ ਕੇ ਪੈਰ ਰੱਖ ਲਿਆ ਕੈਨੇਡਾ ਦੀ ਧਰਤੀ ਤੇ ਹੁਣ ਸਾਡੀ ਧਰਤੀ ਹਵਾ ਵੱਲ ਕੋਈ ਨਹੀਂ ਦੇਖ ਸਕਦਾ। ਹੋ ਸਕਦਾ ਸਾਰੇ ਏਦਾਂ ਨਾ ਹੋਣ, ਪਰ ਕਾਫੀ ਸਾਰੇ ਤੇ ਕਾਫੀ ਸਾਰੀਆਂ ਏਦਾਂ ਦੀ ਤਬੀਅਤ ਦੀ ਅਕੜਾਈ ਵਾਲੀਆਂ ਤੇ ਵਾਲੇ ਹੈਗੇ ਨੇ ਜੀ, ਹਨਾ। ਸੋ ਇਸ ਕਰਕੇ ਉਹਨਾਂ ਦੇ ਵੱਡੇ ਨੁਕਸਾਨ ਹੁੰਦੇ ਨੇ। ਪਰ ਮੈਂ ਨਹੀਂ ਸਮਝਦਾ ਕਿ ਅਸੀਂ ਮਜਬੂਰੀਆਂ ਦੇ ਰਾਗ ਅਲਾਪ ਕੇ ਪੰਜਾਬ ਦੇ ਵਿੱਚ ਗੁਰੂਆਂ ਦੀ ਵਰਸਾਈ ਧਰਤੀ ਤੋਂ ਉੱਜੜ ਕੇ ਸਾਰੀ ਦੁਨੀਆ ਦੇ ਵਿੱਚ ਖਿਲਰ ਗਏ ਆ। ਅਜੇ ਵੀ ਅਸੀਂ ਆਪਣੇ ਮਜਬੂਰੀਆਂ ਦਾ ਰਾਗ ਅਲਾਪਣੋਂ ਤੇ ਕਰਪਸ਼ਨ ਬੰਦ ਕਰਨੋਂ ਹਟੇ ਨਹੀਂ। ਹਰ ਕਰਪਸ਼ਨ ਦੇ ਪਿੱਛੇ, ਹਰ ਸਾਡੀ ਗਲਤੀ ਦੇ ਪਿੱਛੇ ਸਾਡੀ ਇੱਕ ਮਜਬੂਰੀ ਆ। ਅਸੀਂ ਉਹ ਕੱਚ ਚੋਂ ਮੂੰਗਲੀ ਕੱਢ ਕੇ ਮਜਬੂਰੀ ਵਾਲੀ ਅੱਗੇ ਕਰ ਲੈਂਦੇ ਹਾਂ। ਜਾਣੀ ਕਿ ਹੈ ਵੀ ਮਤਲਬ ਹਰ ਜਿਹੜਾ ਚੰਦ ਚਾੜਨਾ ਆ ਉਹਦੇ ਪਿੱਛੇ ਹੁਣ ਜਿੰਨੇ ਵੀ ਕੋਈ ਕਾਤਲ ਆ, ਕੋਈ ਰੇਪਿਸਟ ਆ, ਅਦਾਲਤਾਂ ਦੇ ਵਿੱਚ ਮਜਬੂਰੀਆਂ ਤਾਂ ਉਹ ਵੀ ਕੋਈ ਨਾ ਕੋਈ ਗਣਾਉਂਦੇ ਹੀ ਆ ਆਪਣੇ ਕਾਰੇ ਨੂੰ ਜਾਇਜ਼ ਦੱਸਣ ਦੇ ਲਈ। ਇਸ ਕਰਕੇ ਇੱਥੇ ਆ ਕੇ ਗਲਤ ਰਾਹਾਂ ਤੇ ਤੁਰਨਾ ਉਹ ਕੋਈ ਮਜਬੂਰੀ ਉਹਦੇ ਲਈ ਜਸਟੀਫਿਕੇਸ਼ਨ ਜਿਹੜੀ ਉਹ ਨਹੀਂ ਮੰਨੀ ਜਾ ਸਕਦੀ। Alright, 416-895-3784 416-895-3784 ਮੈਂ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦੇਣਾ ਜੀ 416-895-3784 ਇਹ ਹੈ ਜੌਲ ਸਾਹਿਬ ਦਾ ਨੰਬਰ। ਇਸ ਨੰਬਰ ਤੇ ਤੁਸੀਂ ਇਹਨਾਂ ਦੇ ਜੋ ਨਿਊਜ਼ ਸੈਗਮੈਂਟਸ ਹਰ ਮਾਰਨਿੰਗ ਅਪਡੇਟਡ ਥਰੂ ਆਊਟ ਦ ਡੇ ਤੁਸੀਂ ਤੁਹਾਨੂੰ ਮਿਲ ਜਾਂਦੀਆਂ ਨੇ ਅਤੇ ਨਾਲ ਦੀ ਨਾਲ ਤੁਸੀਂ ਜੌਲ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੈਂਟ ਹੋ, ਬਜ਼ੁਰਗ ਹੋ, ਨਵੇਂ ਆਏ ਹੋ, PR ਹੋ, ਵਰਕ ਪਰਮਿਟ ਤੇ ਹੋ, ਐਨੀ ਸੁਝਾਅ ਲੈਣਾ ਚਾਹੁੰਦੇ ਹੋ ਤਾਂ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸਾਰੇ ਕਾਲਰਸ ਨੂੰ ਖੇਮਾ ਜਾਚੇਗਾ ਜੀ। ਅਸੀਂ ਹੁਣ ਗਾਂ ਦਾ ਪ੍ਰੋਗਰਾਮ ਵੀ ਲੰਘਿਆ ਹੋਇਆ ਹੈ। ਸੋ ਜੌਲ ਸਾਹਿਬ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ ਐਂਡ ਐਂਡ ਦੇ ਵਿੱਚ ਕੁਝ ਹੋਰ ਕਹਿਣਾ ਚਾਹੋ? ਬਸ ਇੰਨਾ ਕਹਿਣਾ ਚਾਹੁੰਦਾ ਜੀ ਵੀ ਕੱਲ ਵੀ ਜਿਹੜਾ ਨੌਜਵਾਨ ਆਇਆ ਸੀ ਉਹ ਉਸਨੂੰ ਵੀ ਸਲਾਮ ਕਰਨਾ ਬਣਦਾ, ਪਰ ਜਿਹੜੀ ਉਹਨੇ ਗੱਲ ਕਹੀ ਸੀ ਵੀ ਉਹਨਾਂ ਨੂੰ ਨੌਜਵਾਨਾਂ ਨੂੰ ਫਿਰ ਪਤਾ ਨਹੀਂ ਲੱਗਦਾ ਵੀ ਉਹ ਕੀ ਕਰਨਾ, ਪਤਾ ਨਹੀਂ ਲੱਗਦਾ ਹਨਾ, ਉਹਨਾਂ ਦੀ ਮਜਬੂਰੀ ਹੋ ਜਾਂਦੀ ਆ। ਮੈਂ ਇਸੇ ਹੀ ਚੀਜ਼ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਵੀ ਮਜਬੂਰੀਆਂ ਗਣਾ ਕੇ ਅਸੀਂ ਬੇਈਮਾਨੀਆਂ ਕਰਨ ਨੂੰ ਜਾਇਜ਼ ਠਹਿਰਾਉਣਾ ਬੰਦ ਕਰੀਏ। ਇਹ ਸਾਡੇ ਸੱਭਿਆਚਾਰ ਦਾ, ਸਾਡੇ ਕਲਚਰ ਦਾ ਹਿੱਸਾ ਬਣ ਗਿਆ ਜੀ। ਆਪਾਂ ਉੱਥੇ ਵੱਡਾਂ ਨੂੰ ਵੀ ਅੱਗ ਲਾਉਂਦੇ ਹਾਂ, ਉੱਥੇ ਆਪਾਂ ਪਾਣੀ ਦਾ ਵੀ ਸੱਤਿਆਨਾਸ਼ ਕਰਦੇ ਹਾਂ, ਮਜਬੂਰੀਆਂ ਉਹਦੇ ਵਿੱਚ ਵੀ ਗਣਾਉਂਦੇ ਹਾਂ। ਪਰ ਅਸੀਂ ਆਲਸੀ ਹੋ ਗਏ ਹਾਂ। ਸਦੀਆਂ ਪਹਿਲਾਂ ਵੀ ਲੋਕ ਕਿਸਾਨ ਜਿਹੜੇ ਆ ਇੱਥੇ ਦੀ ਕਣਕਾਂ ਵੱਢਦੇ ਹੁੰਦੇ ਸੀ ਜਾਂ ਜੋ ਵੀ ਫਸਲਾਂ ਉਹ ਬੀਜਦੇ ਸੀ ਬਿਨਾਂ ਅੱਗ ਤੋਂ, ਜਿਹੜਾ ਕਿ ਉਹਨਾਂ ਨੇ ਰੱਖ ਰਖਾ ਕਰਨ ਦੇ ਤਰੀਕੇ ਲੱਭੇ ਹੋਏ ਸੀ। ਮਸ਼ੀਨਾਂ ਉਹਨਾਂ ਕੋਲ ਵੀ ਉਦੋਂ ਹੈ ਨਹੀਂ ਸੀ। ਹੁਣ ਅਸੀਂ ਆਲਸੀ ਬਣੇ ਹੋਏ ਹਾਂ ਤੇ ਇਦਾਂ ਦੇ ਢਕਵੰਜ ਕਰ ਕਰਕੇ ਅਸੀਂ ਬਰਬਾਦੀਆਂ ਵੀ ਕਰਦੇ ਹਾਂ ਤੇ ਨਾਲ ਅਸੀਂ ਆਪਣੀਆਂ ਮਜਬੂਰੀਆਂ ਗਣਾਉਂਦੇ। ਉਹ ਮਜਬੂਰੀਆਂ ਦਾ ਕੂੜ ਕਬਾੜਾ ਦਿਮਾਗਾਂ 'ਚ ਇੱਥੇ ਲੈ ਕੇ ਆਉਂਦੇ ਹਾਂ। ਮੈਨੂੰ ਇੱਕ ਵੀ ਬੰਦੀ ਇੱਥੇ ਕੈਨੇਡਾ ਦੇ ਵਿੱਚ ਦੱਸ ਦਿਓ ਜਿਹੜੇ ਕਿ ਕੈਨੇਡੀਅਨ ਬੋਰਨ ਆ, ਬਿਜ਼ਨਸਮੈਨ ਬਣੇ, ਉਹ LMIਆਂ ਵੇਚ ਰਹੇ ਆ। ਇੱਕ ਦੱਸ ਦਿਓ, ਮੈਂ ਇੱਕ ਦੇਖਣਾ ਚਾਹੁੰਦਾ ਵੀ ਉਹ ਕੌਣ ਆ। ਇੰਪਲੋਇਮੈਂਟ ਲੈਟਰ ਵੇਚਣਾ ਮਤਲਬ ਵੇਚ ਰਹੇ ਆ। ਉਹੋ ਜੀ ਅੰਗਰੇਜ਼ੀ ਦੇ ਟੈਸਟਾਂ ਦੀਆਂ ਅਪੁਆਇੰਟਮੈਂਟਾਂ ਵੇਚ ਰਹੇ ਜਾਂ ਵੇਚ ਰਹੀਆਂ ਤੇ ਉਹ ਕੈਨੇਡੀਅਨ ਬੋਰਨ ਵੀ ਆ। ਮੈਨੂੰ ਇੱਕ ਦੱਸੋ। ਸੋ ਇਸ ਕਰਕੇ ਸਾਰੇ ਇਹ ਭਟਕੇ ਹੋਏ ਲੋਕ ਨੇ, ਬੇਈਮਾਨ ਤਬੀਤਾਂ ਦਾ ਕੂੜ ਕਬਾੜਾ ਲੈ ਕੇ ਇੱਥੇ ਕੈਨੇਡਾ ਦੀ ਧਰਤੀ ਤੇ ਆਏ ਤੇ ਉਹ ਆਪ ਤੇ ਪੁੱਠੇ ਪਾਸੇ ਲੱਗੇ ਹੀ ਹੋਏ ਆ ਗੁਰਦੁਆਰਿਆਂ 'ਚ ਜਾਂ ਧਾਰਮਿਕ ਸਥਾਨਾਂ 'ਤੇ ਜਾਂਦਿਆਂ ਕਰਦਿਆਂ ਵੀ, ਤੇ ਉਹ ਲੇਕਿਨ ਕਿ ਕੈਨੇਡਾ ਦਾ ਸੱਤਿਆਨਾਸ਼ ਨਾਲ ਕਰ ਰਹੇ ਆ। ਤੇ ਇਹਦੇ ਲਈ ਬੋਲੋ ਭੈਣ ਭਰਾਓ, ਤੁਸੀਂ ਜਿਹੜਾ ਕੰਨ ਘੇਸਲ 4 ਸਾਲਾਂ ਤੋਂ ਮੈਂ ਇਕੱਲਾ ਹੀ ਲੱਗਾ ਹੋਇਆ ਹਨਾ, ਤੁਸੀਂ ਰਾਮ ਕਹਾਣੀਆਂ ਤੇ ਬਹੁਤ ਸੁਣਾਈਆਂ, ਸਾਰੇ ਕਰਦੇ ਹਰੇਕ ਕਰਦਾ, ਪਰ ਹੌਸਲਾ ਕਿਸੇ ਨੇ ਨਹੀਂ ਕੀਤਾ। ਇਸ ਕਰਕੇ ਹੌਸਲਾ ਕਰੋ ਤੇ ਇਹ ਦੇਖੋ, ਪਛਾਣੋ ਕੌਣ ਇਹ ਲੋਕ ਨੇ ਜਿਹੜੇ ਕਿ ਤੁਹਾਡੇ ਦੇਸ਼ ਕੈਨੇਡਾ ਦਾ ਸੱਤਿਆਨਾਸ਼ ਕਰ ਰਹੇ ਆ ਜੀ। ਜੌਲ ਸਾਹਿਬ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ ਜੀ। ਥੈਂਕ ਯੂ ਸੋ ਮਚ। ਇਹ ਸੰਸੀ ਸਤਪਾਲ ਸਿੰਘ ਜੌਹਲ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਏਸ਼ੀਅਨ ਵਿਜ਼ਨ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।